ਅੱਜ ਤੁਹਾਡੀ ਮੁਲਾਕਾਤ ਪੰਜਾਬ ਦੇ ਇੱਕ ਅਜਿਹੇ ਨੌਜਵਾਨ ਦੇ ਨਾਲ ਕਰਵਾਉਂਦੇ ਆ ਜਿਸ ਨੇ ਵਿਦੇਸ਼ ਦੀ ਧਰਤੀ ਨੂੰ ਛੱਡ ਕੇ ਪਿੰਡ ਦੇ ਖੇਤਾਂ ਦੇ ਵਿੱਚ ਹੀ ਕਾਰੋਬਾਰ ਸ਼ੁਰੂ ਕੀਤਾ। ਕਾਰੋਬਾਰ ਵੀ ਕੋਈ ਹਜ਼ਾਰਾਂ ਲੱਖਾਂ ਦਾ ਨਹੀਂ, ਕਰੋੜਾਂ ਦਾ ਕਾਰੋਬਾਰ ਹੈਗਾ। ਚਾਹੇ ਕੋਈ ਵੀ ਚੀਜ਼ ਹੈਗੀ ਜਿਹਨੂੰ ਰੀਸਾਈਕਲ ਅਸੀਂ ਦੁਬਾਰਾ ਤੋਂ ਕਰ ਸਕਦੇ ਹਾਂ, ਉਹ ਸਾਨੂੰ ਵਧੀਆ ਅਰਨਿੰਗ ਦੇ ਕੇ ਜਾਂਦੀ ਹੈ। ਸਾਡੇ ਲੋਕਾਂ ਦਾ ਇਹਦੇ ਨਾਲ ਝੁਕਾਅ ਨਹੀਂ ਹੈਗਾ, ਇਹਦੇ ਬਾਰੇ ਅਸੀਂ ਸਟੱਡੀ ਨਹੀਂ ਕਰਦੇ ਪ੍ਰੋਪਰ। ਅਗਰ ਪ੍ਰੋਪਰ ਇਸ ਚੀਜ਼ ਬਾਰੇ ਸਟੱਡੀ ਕਰੀਏ ਤਾਂ ਜਿਹੜੀ ਚੀਜ਼ ਰੀਸਾਈਕਲ ਹੋ ਸਕਦੀ ਤੁਹਾਨੂੰ ਵਧੀਆ ਇਨਕਮ ਦੇ ਕੇ ਜਾ ਸਕਦੀ ਹੈ। ਅਸੀਂ ਕਹਿੰਦਾ ਕਿ ਇੱਕ ਖੂਹ ਦੇ ਡੱਡੂ ਬਣ ਕੇ ਬਹਿ ਜਾਵਾਂਗੇ ਤਾਂ ਸਾਨੂੰ ਕੁਝ ਨਹੀਂ ਮਿਲ ਸਕਦਾ। ਕਿ ਜੇ ਇੱਕ ਡੱਡੂ ਹੁੰਦਾ ਖੂਹ 'ਚ ਬੈਠਾ, ਉਹਨੂੰ ਸਿਰਫ ਖੂਹ ਦੀ ਇੱਕ ਨੌਲੇਜ ਹੈ, ਉਸ ਤੋਂ ਇਲਾਵਾ ਉਹਨੂੰ ਬਾਹਰ ਦੀ ਦੁਨੀਆ ਦੇ ਬਾਰੇ ਕੁਝ ਨਹੀਂ ਪਤਾ। ਉਹਦੇ ਲਈ ਜੋ ਕੁਛ ਹੈਗਾ ਖੂਹ ਦੇ ਅੰਦਰ ਹੀ ਹੈ। ਅਗਰ ਇਹ ਖੂਹ ਤੋਂ ਬਾਹਰ ਨਿਕਲ ਕੇ ਉਹਨੂੰ ਸਮੁੰਦਰ 'ਚ ਸੁੱਟਾਂਗੇ ਫਿਰ ਪਤਾ ਲੱਗੇਗਾ ਕਿ ਇੱਥੇ ਕੀ ਕੁਛ ਹੈਗਾ। ਅਗਰ ਇਹ ਆਪਣੇ ਬੱਚੇ ਨੂੰ ਕਹੀਏ ਤੂੰ ਇੱਥੇ 40 ਲੱਖ ਤੇ ਇੱਥੇ ਇਨਵੈਸਟ ਕਰ ਦੇ, ਤੂੰ ਮਿਹਨਤ ਕਰ, ਜਿੰਨੀ ਮਿਹਨਤ ਸਾਨੂੰ ਬਾਹਰ ਕਰਨੀ ਪੈਂਦੀ ਉਹਦਾ ਅੱਧਾ ਹਿੱਸਾ ਵੀ ਅਸੀਂ ਇੱਥੇ ਨਹੀਂ ਕਰਦੇ। ਦੁਬਈ ਦੇ ਵਿੱਚ ਵਧੀਆ ਕੰਮ ਸੀਗਾ ਤੁਹਾਡਾ, ਚੰਗੀ ਤਨਖਾਹ ਵੀ ਹੈਗੀ ਸੀਗੀ, ਤਾਂ ਜਦੋਂ ਫਿਰ ਛੱਡ ਕੇ ਵਾਪਸ ਆਏ ਤਾਂ ਘਰਦਿਆਂ ਨੇ ਬੋਲਿਆ ਨਹੀਂ ਕਿ ਵਧੀਆ ਚੰਗੀ ਭਲੀ ਨੌਕਰੀ ਹੈ, ਛੱਡ ਕੇ ਇੱਥੇ ਬਿਜ਼ਨਸ ਚੱਲੇ ਨਾ ਚੱਲੇ? ਦੇਖੋ ਜੀ, ਘਰਦਿਆਂ ਨੂੰ ਕਹਿੰਦੇ ਨਾ ਕਿ ਇੱਕ ਇੰਟਰਨੈਟ 'ਤੇ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਜ਼ਾਕਿਰ ਦੀ। ਉਹ ਕਹਿੰਦਾ ਕਿ ਮਾਂ-ਬਾਪ ਤੁਹਾਡੇ ਪੈਸ਼ਨ ਦੇ ਖਿਲਾਫ ਨਹੀਂ ਹੁੰਦਾ, ਪਰ ਤੁਹਾਨੂੰ ਗਰੀਬ ਨਹੀਂ ਦੇਖਣਾ ਚਾਹੁੰਦਾ। ਠੀਕ ਹੈ ਜੀ, ਮਾਂ-ਬਾਪ ਨੇ ਕਿਹਾ ਤਾਂ ਸੀਗਾ, ਪਰ ਮੈਂ ਇੱਕ ਗੱਲ ਹੀ ਉਹਨਾਂ ਨੂੰ ਭਰੋਸਾ ਦਿੱਤਾ ਸੀਗਾ ਕਿ ਅਗਰ ਮੈਂ ਇੰਡੀਪੈਂਡੈਂਟਲੀ ਦੁਬਈ ਜਾ ਕੇ ਉੱਥੇ ਜੋਬ ਲੱਭ ਸਕਦਾ ਹੈਗਾ ਅਤੇ ਮੈਂ 6 ਮਹੀਨੇ ਇੱਥੇ ਰਹਿ ਕੇ ਜਾਂ ਸਾਲ ਇੱਥੇ ਰਹਿਣ ਤੋਂ ਬਾਅਦ ਕੰਮ ਕਰਕੇ ਅਗਰ ਮੇਰਾ ਕੰਮ ਸਕਸੈਸਫੁਲ ਚੱਲਦਾ, ਵਧੀਆ ਰਹਿੰਦਾ ਹੈਗਾ ਤੇ ਠੀਕ ਹੈ, ਨਹੀਂ ਜਾਂਦਾ ਤਾਂ ਮੈਂ ਫਿਰ ਦੁਬਾਰਾ ਤੋਂ ਇੰਡੀਪੈਂਡੈਂਟਲੀ ਜਾ ਕੇ ਜੋਬ ਸਰਚ ਕਰ ਸਕਦਾ, ਮੈਂ ਕਰ ਸਕਦਾ। ਜਿਵੇਂ ਨਵੇਂ ਟਾਇਰ ਦਾ ਮੁੱਲ ਹੁੰਦਾ ਤਾਂ ਪੁਰਾਣਾ ਟਾਇਰ ਉਨੇ ਕੁ ਪੈਸੇ ਛੱਡ ਜਾਂਦਾ? ਸਾਰਾ ਕੁਝ ਡਿਪੈਂਡ ਕਰਦਾ ਤੁਹਾਡੀ ਪਰਚੇਜ਼ 'ਤੇ। ਪਰਚੇਜ਼ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕਿੰਨੀ ਸਸਤੀ ਕਰਦੇ ਹੋ। ਇੰਡੀਆ ਦੇ ਵਿੱਚ ਸਪਲਾਈ ਹੁੰਦਾ ਤਾਂ ਵਿਦੇਸ਼ਾਂ ਤੱਕ ਵੀ ਜਾਂਦਾ ਹੈ। ਲੈਮੀਨੇਟਡ ਟਾਇਰ, ਜੋ ਰੋਟਰੀ ਮਸ਼ੀਨਾਂ ਆਉਂਦੀਆਂ ਛੋਟੀਆਂ, ਜਿਹੜੀ ਘਾਹ ਕੱਟਣ ਲਈ ਮਸ਼ੀਨਾਂ ਆ ਗਈਆਂ, ਕਿਉਂਕਿ ਜਿਹੜੀ ਬਾਹਰ ਦੀ ਫਾਰਮਿੰਗ ਹੈ ਬਹੁਤ ਵੱਡੀ ਹੈ, 5-5 ਕਿੱਲਿਆਂ ਦੇ ਖੱਤੇ ਨੇ ਅਤੇ ਮਸ਼ੀਨਾਂ ਚੱਲਦੀਆਂ ਨੇ, ਅਤੇ ਮਸ਼ੀਨਾਂ ਦਾ ਵਜਨ ਵੀ ਜ਼ਿਆਦਾ ਹੁੰਦਾ, ਸਲੋ ਸਪੀਡ ਹੁੰਦੀ ਹੈ, ਅਤੇ ਜਿਹੜਾ ਉਹਨੇ ਲੈਮੀਨੇਟਡ ਟਾਇਰ ਯੂਜ਼ ਹੁੰਦਾ ਅਤੇ ਉਹ ਵੀ ਇਹਦੇ ਵਿੱਚੋਂ ਹੀ ਨਿਕਲ ਕੇ ਯੂਜ਼ ਹੁੰਦਾ। ਅੱਜ ਤੁਹਾਡੀ ਮੁਲਾਕਾਤ ਪੰਜਾਬ ਦੇ ਇੱਕ ਅਜਿਹੇ ਨੌਜਵਾਨ ਦੇ ਨਾਲ ਕਰਵਾਉਂਦੇ ਆ ਜਿਸ ਨੇ ਵਿਦੇਸ਼ ਦੀ ਧਰਤੀ ਨੂੰ ਛੱਡ ਕੇ ਪਿੰਡ ਦੇ ਖੇਤਾਂ ਦੇ ਵਿੱਚ ਹੀ ਕਾਰੋਬਾਰ ਸ਼ੁਰੂ ਕੀਤਾ। ਕਾਰੋਬਾਰ ਵੀ ਕੋਈ ਹਜ਼ਾਰਾਂ ਲੱਖਾਂ ਦਾ ਨਹੀਂ, ਕਰੋੜਾਂ ਦਾ ਕਾਰੋਬਾਰ ਹੈਗਾ। ਇਹ ਤੁਹਾਨੂੰ ਤਸਵੀਰ ਦੇ ਵਿੱਚ ਦੇਖ ਕੇ ਕੋਈ ਕਵਾੜ ਨਜ਼ਰ ਆ ਰਿਹਾ ਹੋਵੇਗਾ, ਪਰ ਇਹ ਕਵਾੜ ਨਹੀਂ ਹੈਗਾ। ਇਸ ਨੂੰ ਬਲੈਕ ਗੋਲਡ ਆਪਣੀ ਭਾਸ਼ਾ ਦੇ ਵਿੱਚ ਕਹਿੰਦੇ ਨੇ, ਕਿਉਂਕਿ ਇੱਥੋਂ ਮਾਲ ਤਿਆਰ ਹੋ ਕੇ ਵਿਦੇਸ਼ਾਂ ਤੱਕ ਜਾਂਦਾ, ਕੈਨੇਡਾ, ਅਮਰੀਕਾ ਤੱਕ ਇਹ ਮਾਲ ਜਿਹੜਾ ਉਹ ਪਹੁੰਚਦਾ ਹੈ। ਤਾਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਕਾਰੋਬਾਰ ਚੱਲਦਾ, ਤਾਂ ਨੌਜਵਾਨ ਰਣਜੀਤ ਸਿੰਘ ਸਾਡੇ ਨਾਲ ਮੌਜੂਦ ਹੈਗੇ ਨੇ। ਪੂਰੀ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ। ਰਣਜੀਤ ਜੀ, ਮੇਰਾ ਪਹਿਲਾ ਸਵਾਲ, ਲੋਕਾਂ ਦੇ ਮਨਾਂ ਦੇ ਵਿੱਚ ਇਹੀ ਹੋਣਾ ਕਿ ਇਹ ਤਾਂ ਕਵਾੜ ਪਿੱਛੇ ਨਜ਼ਰ ਆ ਰਿਹਾ ਕਿ ਪੁਰਾਣੇ ਟਾਇਰ ਹੈਗੇ ਨੇ, ਤਾਂ ਇਹ ਬਿਜ਼ਨਸ ਹੈ ਕੀ? ਪਹਿਲਾਂ ਇਹਦੇ ਬਾਰੇ ਜ਼ਰੂਰ ਦੱਸੋ। ਦੇਖੋ ਜੀ, ਜਿਹੜੀ ਕੋਈ ਚੀਜ਼ ਅਸੀਂ ਰੀਸਾਈਕਲ ਕਰ ਸਕਦੇ ਹਾਂ, ਅਗਰ ਉਹ ਚਾਹੇ ਲੋਹਾ ਹੈ, ਚਾਹੇ ਰਬੜ ਹੈ, ਚਾਹੇ ਪਲਾਸਟਿਕ ਹੈ, ਚਾਹੇ ਸਾਡਾ ਉਹ ਕਾਲਾ ਤੇਲ ਹੋ ਗਿਆ, ਚਾਹੇ ਕੋਈ ਵੀ ਚੀਜ਼ ਹੈਗੀ ਜਿਹਨੂੰ ਰੀਸਾਈਕਲ ਅਸੀਂ ਦੁਬਾਰਾ ਤੋਂ ਕਰ ਸਕਦੇ ਹਾਂ, ਉਹ ਸਾਨੂੰ ਵਧੀਆ ਅਰਨਿੰਗ ਦੇ ਕੇ ਜਾਂਦੀ ਹੈ। ਸਾਡੇ ਲੋਕਾਂ ਦਾ ਇਹਦੇ ਨਾਲ ਝੁਕਾਅ ਨਹੀਂ ਹੈਗਾ, ਇਹਦੇ ਬਾਰੇ ਅਸੀਂ ਸਟੱਡੀ ਨਹੀਂ ਕਰਦੇ ਪ੍ਰੋਪਰ। ਅਗਰ ਪ੍ਰੋਪਰ ਇਸ ਚੀਜ਼ ਬਾਰੇ ਸਟੱਡੀ ਕਰੀਏ ਤਾਂ ਜਿਹੜੀ ਚੀਜ਼ ਰੀਸਾਈਕਲ ਹੋ ਸਕਦੀ ਤੁਹਾਨੂੰ ਵਧੀਆ ਇਨਕਮ ਦੇ ਕੇ ਜਾ ਸਕਦੀ ਹੈ। ਅੱਛਾ, ਰੀਸਾਈਕਲ ਹੁੰਦਾ ਕੀ ਹੈ ਇਹਨਾਂ ਟਾਇਰਾਂ ਤੋਂ? ਰੀਸਾਈਕਲ ਇਹਦੇ 'ਚੋਂ ਜੀ ਬਹੁਤ ਸਾਰੀ ਆਈਟਮਾਂ ਬਣਦੀਆਂ ਨੇ। ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਕਿ ਇਹਦੇ ਵਿੱਚੋਂ ਸਾਡਾ ਲੈਮੀਨੇਟਡ ਟਾਇਰ ਵੀ ਨਿਕਲਦੇ ਨੇ, ਵੀਲ ਚੌਕ ਬੰਪਰ ਨਿਕਲਦੇ, ਵੀਲ ਡੌਕ ਬੰਪਰ ਨਿਕਲਦੇ ਨੇ, ਅਤੇ ਆਪਣੇ ਫਰਨਸ ਆਇਲ ਨਿਕਲਦਾ ਹੈਗਾ, ਇਹ 'ਚੋਂ ਕਾਰਬਨ ਨਿਕਲਦੀ ਹੈ, 'ਚੋਂ ਤਾਰ ਨਿਕਲਦੀ ਹੈ ਫੁੱਲਚੜੀ 'ਚ ਯੂਜ਼ ਹੋਣ ਵਾਲੀ। ਇਹਦੇ ਵਿੱਚ ਪੰਜਾਬੀ ਜੁੱਤੀਆਂ ਥੱਲੇ ਲੱਗਣ ਵਾਲੇ ਥੱਲੇ ਵੀ ਨਿਕਲਦੇ ਨੇ। ਇਹਦੇ ਵਿੱਚੋਂ ਇੰਜਨਾਂ 'ਤੇ ਪੱਠੇ ਕੁੱਤਣ ਵਾਲੀ ਮਸ਼ੀਨਾਂ 'ਤੇ ਲੱਗਣ ਵਾਲੇ ਪੱਟੇ ਵੀ ਨਿਕਲਦੇ ਨੇ। ਸਭ ਕੁਛ ਇਹਦੇ ਵਿੱਚੋਂ ਹੀ ਨਿਕਲਦਾ ਜੀ, ਸਾਰਾ ਕੁਛ। ਅੱਛਾ, ਇੰਨਾ ਕੁਛ ਇਹ ਨਿਕਲਦਾ। ਮੈਨੂੰ ਲੱਗਦਾ ਕਿ ਆਮ ਤੌਰ 'ਤੇ ਅਸੀਂ ਪਿੰਡਾਂ 'ਚ ਤਾਂ ਇਹ ਜਦੋਂ ਟਾਇਰ ਖਰਾਬ ਹੋ ਜਾਂਦਾ ਤਾਂ ਇੱਦਾਂ ਇਹਨੂੰ ਰੱਖ ਦਿੰਦੇ ਹਾਂ। ਇਹ ਫਿਰ ਕਿਵੇਂ ਤੁਸੀਂ ਟਾਈ ਅਪ ਕੀਤਾ, ਕਿੱਥੋਂ ਲੈ ਕੇ ਆਉਂਦੇ ਹੋ, ਕਿਵੇਂ ਇਹ ਤਿਆਰ ਹੁੰਦਾ, ਕਿਵੇਂ ਅੱਗੇ ਸਪਲਾਈ ਹੁੰਦਾ ਇਹ ਸਾਰਾ? ਦੇਖੋ ਜੀ, ਪਹਿਲਾਂ ਸਾਨੂੰ ਅਲੱਗ-ਅਲੱਗ ਦੁਕਾਨਾਂ ਜਿਹੜੀਆਂ ਹੈਗੀਆਂ, ਪੈਂਚਰਾਂ ਵਾਲੀਆਂ ਦੁਕਾਨਾਂ ਹੈਗੀਆਂ, ਉਹਨਾਂ ਨਾਲ ਜਾ ਕੇ ਡੀਲ ਕਰਨਾ ਪੈਂਦਾ। ਫਿਰ ਸਾਨੂੰ ਜੋ ਕਾਰ ਸਕ੍ਰੈਪ ਯਾਰਡ ਹੈਗੇ ਆ, ਉਹਨਾਂ ਨਾਲ ਡੀਲ ਕਰਨਾ ਪੈਂਦਾ। ਜੋ ਗੱਡੀਆਂ ਦੀ ਸਕ੍ਰੈਪ ਬਣਾਉਂਦੇ, ਟਰੱਕ ਵੱਢਦੇ ਨੇ, ਗੱਡੀਆਂ ਵੱਢਦੇ ਨੇ, ਉਹਨਾਂ ਨਾਲ ਡੀਲ ਕਰਨਾ ਪੈਂਦਾ। ਜੋ ਵੱਡੇ ਟਰਾਂਸਪੋਰਟਰ ਨੇ, ਜਿਨ੍ਹਾਂ ਨੇ 5-5 10-10 ਗੱਡੀਆਂ ਰੱਖੀਆਂ ਹੋਈਆਂ ਨੇ, 100-100 ਗੱਡੀ ਰੱਖੀ ਹੋਈ ਆ, ਉਹਨਾਂ ਨਾਲ ਜਾ ਕੇ ਡੀਲ ਕਰਨਾ ਪੈਂਦਾ। ਉਹਨਾਂ ਦੇ ਕੋਲ ਟਾਇਰ ਅਕਸਰ ਹੀ ਪਏ ਹੁੰਦੇ ਆ, ਉਹਨਾਂ ਨਾਲ ਜਾ ਕੇ ਕੋਈ ਵਾਜਬ ਰੇਟ ਜੋ ਬਣਦਾ ਹੈਗਾ ਉਸ ਤਰੀਕੇ ਨਾਲ ਉਹਨਾਂ ਨੂੰ ਮਾਲ ਖਰੀਦਣਾ ਪੈਂਦਾ। ਅੱਛਾ, ਜੋ ਸਮਾਨ ਤੁਸੀਂ ਇਹਦੇ ਵਿੱਚੋਂ ਕੱਢਦੇ ਹੋ ਇਹ ਸਾਰਾ ਫਿਰ ਇੱਥੇ ਹੀ ਤਿਆਰ ਹੁੰਦਾ? ਉਹ ਸਾਰਾ ਦੇਖੋ ਜੀ, ਜਿਹੜੀ ਟੈਕਨੀਕਲ ਜਿਹੜਾ ਸਮਾਨ ਨਿਕਲਣਾ ਹੈਗਾ ਉਹ ਸਾਰਾ ਦਾ ਸਾਰਾ ਸਾਡੇ ਕੋਲ ਲੇਬਰ ਠੇਕੇ 'ਤੇ ਹੈਗੀ ਆ। ਉਹ ਠੇਕੇ 'ਤੇ ਲੇਬਰ ਆਉਂਦੀ ਆ, ਅਸੀਂ ਮਾਲ ਕੱਢ ਕੇ ਰੱਖਿਆ ਹੁੰਦਾ, ਵਾਕ ਆਪਣੀ ਆਈਟਮ ਦੇ ਵਾਈਜ਼ ਕੱਢ ਕੇ ਤੇ ਚੱਲ ਜਾਂਦੇ ਹੈਗੇ। ਅੱਛਾ, ਕੀ ਜਿਵੇਂ ਆ ਕੱਢ ਕੇ ਰੱਖੇ ਹੋਏ ਨੇ, ਇਹ ਚੀਜ਼ਾਂ ਕਿੱਥੇ ਇਸਤੇਮਾਲ ਹੋਣੀਆਂ ਨੇ, ਇਹ ਜਿਹੜੇ ਟਾਇਰਾਂ ਦੇ ਵਿੱਚੋਂ ਕੱਢੇ ਹੋਏ ਨੇ? ਇਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ, ਕਾਰ ਟਾਇਰ ਹੈਗਾ ਜੀ ਸਾਰਾ। ਇਹਦੇ ਵਿੱਚ ਫਰਨਸ ਆਇਲ ਨਿਕਲਣਾ ਜੀ ਸਾਰਾ ਦਾ ਸਾਰਾ। ਇਹ ਫਰਨਸ ਆਇਲ ਤੁਹਾਡਾ ਜਿੱਦਾਂ ਛੋਟੇ ਹਲਵਾਈ ਜਿਹੜੇ ਹੈਗੇ ਆ, ਜਿੱਦਾਂ ਮਠਿਆਈਆਂ ਬਣਾਉਂਦੇ ਆ, ਜਾਂ ਛੋਟੀਆਂ ਰੋਟਰੀ ਫਰਨਸ ਹੋ ਗਈਆਂ, ਜਾਂ ਜਿੱਥੇ ਅੱਗ ਜਲਾਉਣ ਦੇ ਕੰਮ ਜਿਹੜੀ ਲੋੜ ਪੈਂਦੀ ਹੈ ਨਾ, ਇਹ ਡੀਜ਼ਲ ਤੋਂ ਸਸਤਾ ਹੁੰਦਾ, ਪਰ ਐਜ਼ ਏ ਅਗਰ ਗੱਡੀਆਂ ਦੇ ਵਿੱਚ ਨਹੀਂ ਯੂਜ਼ ਕਰ ਸਕਦੇ, ਬਟ ਅਸੀਂ ਭੱਠੀਆਂ ਦੇ ਉੱਤੇ ਜਾਂ ਹੋਰ ਸਾਰੀਆਂ ਚੀਜ਼ਾਂ 'ਤੇ ਯੂਜ਼ ਕਰ ਸਕਦੇ ਹੈਗੇ ਆ।
ਇਹਨਾਂ ਤੋਂ ਤੇਲ ਨਿਕਲੇਗਾ ਸਾਰਾ ਇਹ। ਹਾਂਜੀ, ਇਹਨਾਂ 'ਚੋਂ ਤੇਲ ਨਿਕਲੇਗਾ ਕਿਉਂਕਿ ਰਬੜ ਹੁੰਦੀ ਨਾ, ਐਕਚੁਅਲ ਰਬੜ ਦੇ ਇੱਕ ਨੈਚੁਰਲ ਚੀਜ਼ ਹੈ, ਜਿਹਦਾ ਬਰੋਜ਼ਾ ਨਿਕਲਦਾ, ਬਰੋਜ਼ੇ ਨੂੰ ਅੱਗ ਲੱਗ ਜਾਂਦੀ ਹੈ ਜਦੋਂ ਚੀਲ ਦੇ ਵਿੱਚ ਬਰੋਜ਼ਾ ਨਿਕਲਦਾ। ਇੱਦਾਂ ਹੀ ਬਾਹਰਲੇ ਮੁਲਕਾਂ ਤੋਂ ਰਬੜ ਇੰਪੋਰਟ ਹੁੰਦੀ ਹੈ ਜਿਹੜੀ ਵਾਈਟ ਕਲਰ ਦੀ ਹੁੰਦੀ ਹੈ, ਤੇ ਉਹ ਰਬੜ ਦੇ ਵਿੱਚ ਆਇਲ ਹੁੰਦਾ, ਆਇਲ ਹੁੰਦਾ, ਤੇ ਉਹ ਫਿਰ ਇੱਕ ਸਪੈਸ਼ਲ ਪਲਾਂਟ ਲੱਗੇ ਹੁੰਦੇ, ਆਇਲ ਪਲਾਂਟ ਲੱਗੇ ਹੁੰਦੇ ਆ, ਉਹ ਰਬੜ ਦੇ ਵਿੱਚ ਆਇਲ ਕੱਢ ਲੈਂਦੇ ਨੇ, ਤੇ ਲਾਸਟ ਵਿੱਚ ਇਹਦੇ ਕਾਰਬਨ ਰਹਿ ਜਾਂਦੀ, ਉਹ ਕਾਲੀ ਬਣਾ ਦਿੰਦੇ ਰਬੜ ਨੂੰ। ਉਹ ਕਾਰਬਨ ਕੋਲੇ ਦੀ ਹੁੰਦੀ ਆ, ਉਹ ਵਿੱਚੋਂ ਕੱਢ ਕੇ ਤੇ ਕੋਲੇ 'ਚ ਮਿਕਸ ਕਰਕੇ ਭੱਠਿਆਂ ਵਗੈਰਾ ਤੇ ਯੂਜ਼ ਹੋ ਜਾਂਦੀ ਹੈ। ਦੱਸਿਆ ਕਿ ਇਹਦੇ ਚੋਂ ਇੱਕ ਆਇਲ ਹੀ ਨਿਕਲਣਾ ਬਲੈਕ, ਤਾਂ ਜਿਵੇਂ ਇਹ ਸ਼ੇਪ ਦਿੱਤੀ ਹੋਈ ਹੈ, ਛੋਟੇ ਛੋਟੇ ਇਹ ਗੋਲ ਕੱਟੇ ਹੋਏ ਨੇ, ਤਾਂ ਇਹ ਸ਼ੇਪ ਦੇਣ ਦਾ ਕੀ ਕਾਰਨ ਹੈ? ਸ਼ੇਪ ਦੇਣ ਦਾ ਕਾਰਨ ਇਹ ਹੈ ਜੀ, ਸਾਡਾ ਗੱਡੀ ਵਿੱਚ ਮਾਲ ਅਸੀਂ ਟਰਾਂਸਪੋਰਟੇਸ਼ਨ ਕਰਨੀ ਹੈ ਇੱਥੋਂ ਲੈ ਕੇ ਲੁਧਿਆਣੇ ਤੱਕ। ਇੱਕ ਤੇ ਟਰਾਂਸਪੋਰਟੇਸ਼ਨ 'ਚ ਸਾਨੂੰ ਈਜ਼ੀ ਹੋ ਜਾਂਦਾ ਹੈ, ਇੱਕ ਕਟਿਆ ਕਟਾਇਆ ਮਾਲ ਹੁੰਦਾ ਰੈਡੀ ਟੂ ਯੂਜ਼ ਫੈਕਟਰੀ ਵਾਸਤੇ। ਉਹ ਫੈਕਟਰੀ ਨੇ ਸਿੱਧੀ ਗੱਡੀ ਆਪਣੀ ਬੋਇਲਰ ਤੇ ਬਾਹਰ ਲਗਾਉਣੀ ਹੈ, ਵਿੱਚ ਇੰਸਟਾਲ ਕਰਨਾ ਤੇ ਆਪਣਾ ਤੇਲ ਕੱਢ ਲੈਣਾ, ਤੇ ਉਹਦੇ ਵਿੱਚ ਸਾਨੂੰ ਫੈਕਟਰੀ ਦੀ ਲੇਬਰ ਬਚਦੀ, ਉਹਨੇ ਪੈਸੇ ਸਾਨੂੰ ਵੱਧ ਮਿਲ ਜਾਂਦੇ ਆ। ਅੱਛਾ, ਜਿਵੇਂ ਉਹ ਤਾਂ ਕੱਟ ਲਏ ਤੁਸੀਂ ਉਹਦੇ ਵਿੱਚੋਂ, ਤਾਂ ਜਿਹੜੇ ਇਹ ਬਾਕੀ ਬਚੇ ਨੇ ਇਹ ਵੀ ਫਿਰ ਉਸੇ ਤਰੀਕੇ ਦੇ ਸਭ ਕੁਝ ਜਾਣਾ ਜੀ, ਸਭ ਕੁਝ ਚੱਲ ਜਾਣਾ ਇਹਦੇ ਲਾਸਟ ਪਾਰਟ ਤੱਕ। ਜੋ ਵੀ ਇੱਕ ਛੋਟਾ ਟੁਕੜਾ 1 ਫੁੱਟ ਦਾ ਜਾਂ 1 ਇੰਚ ਦਾ ਪੀਸ ਬਚਿਆ ਉਹ ਵੀ ਚੱਲ ਜਾਣਾ ਜੀ। ਇਹਦੇ ਵਿੱਚੋਂ ਤਾਰਾਂ ਵੀ ਨਿਕਲਦੀਆਂ ਨੇ ਹਨਾ? ਹਾਂਜੀ ਹਾਂਜੀ, ਜੋ ਫੁੱਲ ਝੜੀ ਵਿੱਚ ਤਾਰ, ਕਿਹੜੇ ਕੰਮ ਹੁੰਦੀ ਹੈ? ਜਿਹੜੀ ਫੁੱਲ ਝੜੀ ਆਪਣੀਆਂ ਜਿਹੜੀਆਂ ਦੀਵਾਲੀ ਦੀ ਫੁੱਲ ਝੜੀਆਂ ਯੂਜ਼ ਕਰਦੇ ਆ ਅਸੀਂ, ਤੇ ਉਹਦੇ ਵਿੱਚ ਨਿਕਲਦੀ ਹੈ ਤਾਰ, ਇਹ ਹਾਈ ਕਾਰਬਨ ਤਾਰ ਹੁੰਦੀ ਹੈ। ਅੱਛਾ, ਇਹ ਤਾਰ ਬਹੁਤ ਕੁਆਲਿਟੀ ਹਾਈ ਹੁੰਦੀ ਹੈ, ਤੇ ਜਿਹਦੇ ਕਰਕੇ ਬੈਂਡ ਨਹੀਂ ਹੁੰਦੀ ਜਲਦੀ। ਅੱਛਾ, ਤੇ ਉਹ ਇੱਕ ਸਪੈਸ਼ਲ ਮਟੀਰੀਅਲ ਉਹਨੂੰ ਸਿੱਧੀ ਕਰਕੇ ਤੇ ਉਹਦੇ ਵਿੱਚ ਪਾ ਦਿੰਦੇ ਆ, ਤੇ ਉਹ ਇਹ ਬਹੁਤ ਚੀਪ ਹੋ ਜਾਂਦੀ ਨਾ, ਕਿਉਂਕਿ ਇਹ ਯੂਜ਼ ਹੋਇਆ ਪ੍ਰੋਡਕਟ ਆਲਰੇਡੀ ਰੀਯੂਜ਼ ਹੋ ਰਿਹਾ, ਤੇ ਇਸ ਕਰਕੇ ਬਹੁਤ ਚੀਪ ਹੋ ਜਾਂਦਾ, ਸਸਤਾ ਹੋ ਜਾਂਦਾ, ਇਸ ਕਰਕੇ ਇਹਨੂੰ ਯੂਜ਼ ਕਰਦੇ ਆ। ਅੱਛਾ, ਜਿਵੇਂ ਫਿਰ ਰਿਮ ਵੀ ਇਹਦੇ ਵਿੱਚੋਂ ਨਿਕਲਦੇ ਨੇ, ਤਾਂ ਇਹ ਵੀ ਰੀਸਾਈਕਲ ਹੁੰਦੇ ਸਾਰੇ? ਨਹੀਂ, ਰਿਮ ਇੱਦਾਂ ਕਿ ਜਦੋਂ ਅਸੀਂ ਜਿੱਦਾਂ ਸਾਡੇ ਕੋਲ ਕਈ ਵਾਰੀ ਗੱਡੀਆਂ 'ਤੇ ਟਾਇਰ ਇੰਸਟਾਲ ਕਰਵਾਉਣ ਆਉਂਦੀਆਂ ਹੈਗੀਆਂ, ਜਦੋਂ ਪੁਰਾਣੇ ਟਾਇਰ ਜਾਂ ਨਵੇਂ ਟਾਇਰ ਇੰਸਟਾਲ ਕਰਵਾਉਣ ਆਉਂਦੀਆਂ, ਕਈਆਂ ਦੇ ਰਿਮ ਡੈਮੇਜ ਨਿਕਲਦੇ ਆ, ਫਿਰ ਐਕਸਟਰਾ ਵਿੱਚ ਅਸੀਂ ਰੱਖੇ ਹੁੰਦੇ ਕਿ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰਦੀ, ਆਪਣੇ ਵਾਸਤੇ ਸੋਰਸ ਆਫ ਇਨਕਮ ਵੱਧ ਜਾਂਦਾ ਹੈਗਾ। ਜਦੋਂ ਅਸੀਂ ਬਾਹਰ ਕਾਰ ਯਾਰਡ ਤੋਂ ਲੈ ਕੇ ਆਈਏ, ਤੁਹਾਨੂੰ ਹਰ ਤਰ੍ਹਾਂ ਦੇ ਰਿਮ, ਹਰ ਤਰ੍ਹਾਂ ਦੀ ਚੀਜ਼ ਆਪਣੇ ਕੋਲ ਅਵੇਲੇਬਲ ਰੱਖਣੀ ਪੈਂਦੀ ਹੈ, ਕਿ ਕਸਟਮਰ ਨੇ ਆ ਕੇ ਪਤਾ ਨਹੀਂ ਕੀ ਚੀਜ਼ ਮੰਗਣੀ ਹੈ, ਕੀ ਚੀਜ਼ ਨਹੀਂ ਮੰਗਣੀ ਹੈ। ਅਗਰ ਤੁਹਾਡੇ ਕੋਲ ਅਵੇਲੇਬਲ ਹੈਗੀ ਆ, ਉਸੇ ਟਾਈਮ ਦੇ ਦੋਗੇ ਤੇ ਕੁਛ ਨਾ ਕੁਛ ਵਧੀਆ ਅਰਨਿੰਗ ਹੋ ਜਾਂਦੀ ਹੈ। ਅੱਛਾ, ਇਹ ਫਿਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਚਲਾਉਂਦੇ? ਫਿਰ ਕਿਵੇਂ ਆਈਡੀਆ ਜਨਰੇਟ ਕਿਵੇਂ ਹੋਇਆ? ਪਹਿਲਾਂ ਕਿਤੇ ਦੇਖਿਆ ਸੀਗਾ ਕੰਮ ਇਹ? ਨਹੀਂ, ਐਕਚੁਅਲ ਦੇ ਵਿੱਚ ਕੰਮ ਤੇ ਸ਼ੁਰੂ ਤੋਂ ਆਪਣਾ ਹੀ ਕੋਈ ਕੰਮ ਕਰਨ ਦਾ ਇਰਾਦਾ ਸੀਗਾ। ਕੰਮ ਮੈਂ ਬਹੁਤ ਸਾਰੇ ਸਰਚ ਕੀਤੇ, ਚਾਹੇ ਸਪਾਈਸਿਸ ਦਾ ਕੰਮ ਦੇਖਣ ਲੱਗੇ ਸੀਗੇ, ਕਾਲੇ ਤੇਲ ਦਾ ਕੰਮ ਦੇਖਣ ਲੱਗੇ ਸੀਗੇ, ਮਨਿਆਰੀ ਦਾ ਕੰਮ ਦੇਖਣ ਲੱਗੇ, ਵੂਮਨ ਕਲੈਕਸ਼ਨ ਵਗੈਰਾ, ਕਾਫੀ ਮੈਂ ਆਈਡੀਆਜ਼ ਦੇਖੇ, ਹਰ ਚੀਜ਼ ਇੰਪੋਰਟ ਐਕਸਪੋਰਟ ਦਾ ਵੀ ਕੰਮ ਦੇ ਉੱਤੇ ਆਈਡੀਆਜ਼ ਲਿਆ। ਸਾਰੇ ਤੇ ਬਹਿ ਕੇ ਮੈਂ ਕੁਛ 3 ਮਹੀਨੇ 4 ਮਹੀਨੇ ਬਹਿ ਕੇ ਪੂਰੀ ਵਰਕਿੰਗ ਕੀਤੀ, ਆਪਣਾ ਕੋਈ 18 ਘੰਟੇ ਬਹਿ ਕੇ ਉਹਨਾਂ 'ਤੇ ਵਰਕਿੰਗ ਕੀਤੀ ਆ, ਗਰਾਊਂਡ ਲੈਵਲ 'ਤੇ ਜਾ ਕੇ ਲੋਕਾਂ ਨੂੰ ਮਿਲਿਆ ਤੇ ਸਭ ਕੁਝ ਦੇਖਿਆ, ਤੇ ਲਾਸਟ ਪਾਰਟ ਆਫ ਮੈਨੂੰ ਇਹ ਕੰਮ ਥੋੜ੍ਹਾ ਵਧੀਆ ਲੱਗਿਆ, ਤੇ ਇਹਦੇ ਵਿੱਚ ਫਿਰ ਮੈਂ ਥੋੜ੍ਹਾ ਇਨਵੋਲਵ ਹੋਇਆ। ਥੋੜ੍ਹਾ ਮੇਰੇ ਇਨਵੋਲਵ ਹੋਣ ਤੋਂ ਬਾਅਦ ਜਿੱਦਾਂ ਜਿੱਦਾਂ ਲੋਕਾਂ ਨੂੰ ਮਿਲਦਾ ਗਿਆ, ਉਦੋਂ ਤਾਂ ਨੌਲੇਜ ਵੱਧਦੀ ਗਈ ਹੈ। ਸਟਾਰਟਿੰਗ ਵਿੱਚ ਮੈਨੂੰ ਇਹਨਾਂ ਕੁਝ ਜ਼ਿਆਦਾ ਨਹੀਂ ਪਤਾ ਸੀਗਾ, ਬਟ ਰਾਈਟ ਨਾਓ ਹੁਣ ਅਸੀਂ ਵੀ ਕਹਿੰਦੇ ਇਹ ਲਾਈਨ ਹੀ ਨਹੀਂ ਡੂੰਘੀ, ਸਾਨੂੰ ਹਾਲੇ ਤੱਕ ਵੀ ਕੁਝ ਨਹੀਂ ਪਤਾ, ਹੀ ਕਹਿੰਦੇ ਅੱਜ ਤੱਕ ਵੀ ਬਲਾਈਂਡ ਹੀ ਆ, ਪਰ ਫਿਰ ਵੀ ਵਧੀਆ ਅਰਨਿੰਗ ਹੋ ਜਾਂਦੀ ਇਹਦੇ 'ਚ। ਅੱਛਾ, ਜਿਵੇਂ ਤੁਸੀਂ ਦੁਬਈ ਵੀ ਗਏ ਸੀਗੇ, ਤਾਂ ਉੱਥੋਂ ਛੱਡ ਕੇ ਆਉਣ ਦਾ ਕੀ ਕਾਰਨ ਸੀਗਾ? ਕਾਰਨ ਇਹ ਸੀਗਾ ਦੁਬਈ ਦਾ ਸਿਰਫ ਮੇਨ ਸੀਗਾ ਜੀ ਤੌਰ ਤਰੀਕਾ ਦੇਖਣਾ ਸੀ ਕੰਮਕਾਰ ਦਾ, ਤੇ ਦੁਬਈ ਇੱਕ ਜਾਣਾ ਮੇਰੇ ਲਈ ਬਹੁਤ ਈਜ਼ੀ ਸੀਗਾ, ਬਹੁਤ ਘੱਟ ਪੈਸੇ ਮੈਂ ਦੁਬਈ ਚਲਾ ਗਿਆ, ਤੇ ਪੜ੍ਹੇ ਲਿਖੇ ਸੀਗੇ, ਉੱਥੇ ਜੌਬ ਵੀ ਬਹੁਤ ਵਧੀਆ ਮਿਲ ਗਈ ਹੈ, ਤੇ ਮਿਲਣ ਤੋਂ ਬਾਅਦ ਉੱਥੇ ਤੌਰ ਤਰੀਕਾ ਦੇਖਿਆ, ਹਰ ਟੈਰੀਟਰੀ ਦਾ, ਹਰ ਕੰਟਰੀ ਦਾ ਬੰਦਾ ਉੱਥੇ ਕੰਮ ਕਰਦਾ, ਤੇ ਉੱਥੇ ਜਾ ਕੇ ਕੰਮ ਦੇਖਿਆ, ਉਹਨਾਂ ਦਾ ਤੌਰ ਤਰੀਕਾ ਦੇਖਿਆ ਹੀ ਕੰਮ ਕਰਨ ਦਾ, ਉਹਨਾਂ ਦਾ ਵਰਕਿੰਗ ਕਲਚਰ ਸਮਝਿਆ, ਉਹਨਾਂ ਦੇ ਜੋ ਵਰਕਿੰਗ ਕਲਚਰ ਅੱਜ ਬਿਲਕੁਲ ਨਹੀਂ ਹੈਗਾ, ਉੱਥੇ ਵਰਕਿੰਗ ਕਲਚਰ ਬਹੁਤ ਜ਼ਿਆਦਾ ਵਧੀਆ ਹੈਗਾ, ਲੋਕੀ ਇਮਾਨਦਾਰ ਨੇ ਬਹੁਤ ਜ਼ਿਆਦਾ, ਤੇ ਇੱਥੇ ਦੀ ਇਮਾਨਦਾਰੀ ਬਹੁਤ ਲੱਭਣੀ ਬਹੁਤ ਮੁਸ਼ਕਿਲ ਹੈਗੀ ਹੈ। ਉੱਥੇ ਜੋ ਕਮਿਟਮੈਂਟ ਹੈਗੀ ਉਸੇ ਹਿਸਾਬ ਨਾਲ ਸਭ ਕੁਝ ਚੱਲਦਾ ਹੈਗਾ, ਤੇ ਅਲੱਗ-ਅਲੱਗ ਟੈਰੀਟਰੀ ਦੇ ਬੰਦੇ ਹੈਗੇ ਆ, ਤੇ ਅਲੱਗ-ਅਲੱਗ ਹੀ ਬਿਜ਼ਨਸ ਹੈ, ਅਲੱਗ-ਅਲੱਗ ਵੇ ਆਫ ਟਾਕਿੰਗ ਹੈਗਾ, ਤੇ ਅਲੱਗ-ਅਲੱਗ ਆਈਡੀਓਲੋਜੀ ਮਿਲਦੀ ਹੈ ਸਾਨੂੰ। ਅਸੀਂ ਕਹਿ ਦਾਂਗੇ ਕਿ ਇੱਕ ਖੂਹ ਦੇ ਡੱਡੂ ਬਣ ਕੇ ਬਹਿ ਜਾਵਾਂਗੇ ਤਾਂ ਸਾਨੂੰ ਕੁਝ ਨਹੀਂ ਮਿਲ ਸਕਦਾ, ਕਿ ਜੇ ਇੱਕ ਡੱਡੂ ਹੁੰਦਾ ਖੂਹ 'ਚ ਬੈਠਾ, ਉਹਨੂੰ ਸਿਰਫ ਖੂਹ ਦੀ ਇੱਕ ਨੌਲੇਜ ਹੈ, ਉਸ ਤੋਂ ਇਲਾਵਾ ਉਹਨੂੰ ਬਾਹਰ ਦੀ ਦੁਨੀਆ ਦੇ ਬਾਰੇ ਕੁਝ ਨਹੀਂ ਪਤਾ, ਉਹਦੇ ਲਈ ਜੋ ਕੁਛ ਹੈਗਾ ਖੂਹ ਦੇ ਅੰਦਰ ਹੀ ਹੈ। ਅਗਰ ਇਹ ਖੂਹ ਤੋਂ ਬਾਹਰ ਨਿਕਲ ਕੇ ਉਹਨੂੰ ਸਮੁੰਦਰ 'ਚ ਸੁੱਟਾਂਗੇ ਫਿਰ ਪਤਾ ਲੱਗੇਗਾ ਇੱਥੇ ਕੀ ਕੁਛ ਹੈਗਾ। ਅਗਰ ਇੱਥੇ ਪੰਜਾਬ 'ਚ ਬੈਠੇ ਹੀ ਕਹੇ ਜਾਵਾਂਗੇ ਸਾਨੂੰ ਇੱਥੋਂ ਨਹੀਂ ਪਤਾ ਲੱਗਦਾ, ਇੱਥੋਂ ਨਹੀਂ ਪਤਾ ਲੱਗਦਾ ਕੁਛ। ਅੱਜ ਕੱਲ੍ਹ ਤੇ ਇੰਟਰਨੈਟ ਬਹੁਤ ਜ਼ਿਆਦਾ ਹੋ ਚੁੱਕਾ, ਨਹੀਂ ਤੇ ਜਿਸ ਟਾਈਮ 'ਚ ਅਸੀਂ ਕੰਮ ਸਟਾਰਟ ਕੀ ਸੋਚਦੇ ਸੀਗੇ, ਪੜ੍ਹਾਈ ਲਿਖਾਈ ਕਰਦੇ, ਉਸ ਟਾਈਮ ਇੰਟਰਨੈਟ ਇੰਨਾ ਜ਼ਿਆਦਾ ਨਹੀਂ ਸੀਗਾ, ਤੇ ਅਸੀਂ ਬਾਹਰ ਜਾ ਕੇ ਨੌਲੇਜ ਲਈ ਹੈ, ਸਭ ਕੁਛ ਲਿਆ, ਤੇ ਇੱਕ ਸਮੁੰਦਰ ਦੇ ਵਿੱਚ ਕੰਮ ਕਰਕੇ ਆਏ ਹਾਂ, ਤੇ ਸਾਡੇ ਲਈ ਹੁਣ ਇੱਕ ਛੋਟੇ ਤਲਾਬ ਵਿੱਚ ਕੰਮ ਕਰਨਾ ਕੋਈ ਮੁਸ਼ਕਿਲ ਨਹੀਂ ਹੁੰਦਾ। ਅੱਛਾ, ਆਮ ਤੌਰ ਤੇ ਨੌਜਵਾਨਾਂ ਦਾ ਰੁਝਾਨ ਬਾਹਰ ਵਿਦੇਸ਼ਾਂ ਵੱਲ ਜਾਣ ਦਾ ਜ਼ਿਆਦਾ ਹੁੰਦਾ, ਲੋਕੀ ਜਾਂਦੇ ਤਾਂ ਕਮਾਈ ਕਰਨ ਦੇ ਲਈ। ਤੁਸੀਂ ਜਦੋਂ ਦੁਬਈ ਤੋਂ ਵਾਪਸ ਪਰਤੇ ਤਾਂ ਕੀ ਮਕਸਦ ਸੀਗਾ? ਕਿ ਦੁਬਈ ਦੇ ਵਿੱਚ ਪੈਸੇ ਨਹੀਂ ਸੀ ਇੰਨੇ ਬਣਦੇ, ਕਿ ਜਾਂ ਘਰ ਤੋਂ ਦੂਰੀ ਮਹਿਸੂਸ ਹੁੰਦੀ ਸੀਗੀ? ਨਾ ਤੋਂ ਘਰ ਤੋਂ ਦੂਰੀ ਤੇ ਮਹਿਸੂਸ ਕੀਤਾ, ਤੇ ਨਾ ਹੀ ਅਸੀਂ ਪੈਸੇ ਵੱਲ ਜ਼ਿਆਦਾ ਝੁਕਾਅ ਦਿੱਤਾ। ਪੈਸਾ ਜੋ ਕਹਿ ਦਿਓ ਕੈਨੇਡਾ ਦੇ ਵਿੱਚ ਇੰਨੇ ਲੱਖਾਂ ਰੁਪਏ ਲਾ ਕੇ ਜਾਂਦੇ ਆ ਬੰਦੇ, ਯੂਰਪ 'ਚ ਲੱਖਾਂ ਰੁਪਏ ਲਾ ਕੇ ਜਾਂਦੇ ਆ, ਅਗਰ ਇਸ ਬੱਚੇ ਨੂੰ ਵਧੀਆ ਐਜੂਕੇਸ਼ਨ ਦੇ ਕੇ ਦੁਬਈ 'ਚ ਭੇਜ ਦਈਏ ਤਾਂ ਜ਼ਿਆਦਾ ਪੈਸੇ ਕਮਾ ਲਏਗਾ ਉਹ। ਠੀਕ ਹੈ ਜੀ, ਇੱਕ ਘਰ ਦੇ ਲਾਗੇ 2.5 ਘੰਟੇ 'ਚ ਬੰਦਾ ਘਰ ਆ ਜਾਂਦਾ ਜਦੋਂ ਮਰਜ਼ੀ ਦਿਲ ਕਰੇ, ਕਿ ਆਪਣਾ ਵਧੀਆ ਜੌਬ ਤੁਹਾਡੀ ਹੈਗੀ, ਵਾਈਟ ਕਾਲਰ ਜੌਬ ਕਰਦੇ ਹੋ, ਤੁਹਾਨੂੰ ਐਮਰਜੈਂਸੀ ਘਰ ਆਉਣਾ ਤਾਂ 2.5 ਘੰਟੇ 'ਚ ਬੰਦਾ ਘਰ ਪਹੁੰਚ ਜਾਂਦਾ, ਕੋਈ ਦਿੱਕਤ ਨਹੀਂ ਹੈਗੀ। ਇੱਕ ਵਧੀਆ ਲਾਈਫ ਸਟਾਈਲ ਹੈਗਾ, ਸਭ ਕੁਛ ਵਧੀਆ ਹੈਗਾ। ਚੱਕਰ ਇਹ ਹੈਗਾ ਕਿ ਅਸੀਂ ਆਪਣੇ ਬੱਚਿਆਂ ਦੇ ਉੱਤੇ ਇੱਥੇ ਪੈਸਾ ਇਨਵੈਸਟ ਕਰਨ ਤੋਂ ਡਰਦੇ ਹਾਂ। ਅਗਰ 40 ਲੱਖ ਰੁਪਏ ਜਾਂ 50 ਲੱਖ ਰੁਪਏ ਲਾ ਕੇ ਬੱਚੇ ਨੂੰ ਅਮਰੀਕਾ ਭੇਜਣਾ, ਉੱਥੇ ਇਨਵੈਸਟ ਕਰ ਦਾਂਗੇ,
ਅਗਰ ਅਸੀਂ ਆਪਣੇ ਬੱਚੇ ਨੂੰ ਕਹੀਏ ਤੂੰ ਇੱਥੇ 40 ਲੱਖ ਤੇ ਇਨਵੈਸਟ ਕਰ ਦੇ, ਤੂੰ ਮਿਹਨਤ ਕਰ, ਜਿੰਨੀ ਮਿਹਨਤ ਸਾਨੂੰ ਬਾਹਰ ਕਰਨੀ ਪੈਂਦੀ ਉਹਦਾ ਅੱਧਾ ਹਿੱਸਾ ਵੀ ਅਸੀਂ ਇੱਥੇ ਨਹੀਂ ਕਰਦੇ ਮਿਹਨਤ, ਤੇ ਅਸੀਂ ਅੱਧਾ ਹਿੱਸਾ ਵੀ ਉਹਦੀ ਮਿਹਨਤ ਕਰ ਲਈਏ ਤੇ ਅਸੀਂ ਵਧੀਆ ਅਰਨਿੰਗ ਕਰ ਸਕਦੇ ਹਾਂ। ਇੱਕ ਪਰਿਵਾਰ 'ਚ ਬਹਿ ਕੇ ਆਪਣੇ ਆਲੇ ਦੁਆਲੇ ਵਾਸਤੇ, ਆਪਣੇ ਸਮਾਜ ਵਾਸਤੇ ਬਹੁਤ ਕੁਝ ਕਰ ਸਕਦੇ ਆ। ਤੇ ਅਗਰ ਅਸੀਂ ਉੱਥੇ ਚੱਲ ਜਾਵਾਂਗੇ ਤੇ ਫਿਰ ਉੱਥੇ ਦੇ ਹੋ ਕੇ ਰਹਿ ਗਏ। ਜਿਹੜਾ ਇੱਕ ਗੱਲ ਕਲੀਅਰ ਕਰ ਲਓ, ਜਿਹੜਾ ਉੱਥੇ ਚੱਲ ਗਿਆ ਨਾ, ਉਹਦੀ ਪਿੱਛੋਂ ਜ਼ਮੀਨ ਕੌਡੀਆਂ ਤੇ ਭਾਅ ਵਿਕਣੀ ਹੈ, ਤੇ ਨਾ ਉਹਨੂੰ ਕਿਸੇ ਨੇ ਦੇਖਣਾ, ਨਾ ਕਿਸੇ ਨੇ ਆਉਣਾ। ਉਹ ਉਨੇ ਚਿਰ ਹੀ ਆ, ਉਹਦੇ 3-4 ਗੇੜੇ ਹੀ ਲੱਗਣੇ ਆ, ਜਿੰਨੇ ਚਿਰ ਮਾਂ ਹੈ, ਜਿੰਨੇ ਚਿਰ ਪਿਓ ਹੈ, ਤੇ ਜਿੰਨੇ ਚਿਰ ਜ਼ਮੀਨ ਹੈ। ਜਦੋਂ ਸਾਰਾ ਕੁਝ ਵੇਖ ਗਿਆ ਤੇ ਫਿਰ ਉਹਨਾਂ ਨੇ ਸੋਚਣਾ, ਜਦੋਂ ਆਪਣਾ ਟਾਈਮ ਆ ਗਿਆ, ਕੋਈ 60 ਸਾਲ ਜਾਂ 70 ਸਾਲ ਦੀ ਉਮਰ ਹੋਈ ਨਹੀਂ, ਜਦੋਂ ਕੰਮ ਨਹੀਂ ਹੋਣਾ, ਕਿ ਪੰਜਾਬ ਹੁੰਦਾ ਸੀ। ਤੇ ਅਗਰ ਇੱਥੇ ਆ ਕੇ ਕੰਮ ਕਰਾਂਗੇ, ਇੱਥੇ ਰਵਾਂਗੇ, ਸਾਡੇ ਲਈ ਬਹੁਤ ਕੁਝ ਹੈਗਾ। ਅੱਛਾ, ਤੁਸੀਂ ਦੱਸਿਆ ਸੀਗਾ ਕਿ ਦੁਬਈ ਦੇ ਵਿੱਚ ਵਧੀਆ ਕੰਮ ਸੀਗਾ ਤੁਹਾਡਾ, ਚੰਗੀ ਤਨਖਾਹ ਵੀ ਹੈਗੀ ਸੀਗੀ, ਤਾਂ ਜਦੋਂ ਫਿਰ ਛੱਡ ਕੇ ਵਾਪਸ ਆਏ ਤਾਂ ਘਰਦਿਆਂ ਨੇ ਬੋਲਿਆ ਨਹੀਂ ਕਿ ਵਧੀਆ ਚੰਗੀ ਭਲੀ ਨੌਕਰੀ ਆ, ਛੱਡ ਕੇ ਇੱਥੇ ਬਿਜ਼ਨਸ ਚੱਲੇ ਨਾ ਚੱਲੇ? ਦੇਖੋ ਜੀ, ਘਰਦਿਆਂ ਨੂੰ ਉਹ ਕਹਿੰਦੇ ਨਾ ਕਿ ਇੱਕ ਇੰਟਰਨੈਟ ਤੇ ਵੀਡੀਓ ਬਹੁਤ ਵਾਇਰਲ ਹੋਈ ਸੀਗੀ ਜ਼ਾਕਿਰ ਦੀ। ਉਹ ਕਹਿੰਦਾ ਕਿ ਮਾਂ-ਬਾਪ ਤੁਹਾਡੇ ਪੈਸ਼ਨ ਦੇ ਖਿਲਾਫ ਨਹੀਂ ਹੁੰਦਾ, ਪਰ ਤੁਹਾਨੂੰ ਗਰੀਬ ਨਹੀਂ ਦੇਖਣਾ ਚਾਹੁੰਦਾ। ਠੀਕ ਹੈ ਜੀ, ਮਾਂ-ਬਾਪ ਨੇ ਕਿਹਾ ਤੇ ਸੀਗਾ, ਪਰ ਮੈਂ ਇੱਕ ਗੱਲ ਹੀ ਉਹਨਾਂ ਨੂੰ ਭਰੋਸਾ ਦਿੱਤਾ ਸੀਗਾ ਕਿ ਅਗਰ ਮੈਂ ਇੰਡੀਪੈਂਡੈਂਟਲੀ ਦੁਬਈ ਜਾ ਕੇ ਉੱਥੇ ਜੌਬ ਲੱਭ ਸਕਦਾ ਹੈਗਾ, ਤੇ ਮੈਂ 6 ਮਹੀਨੇ ਇੱਥੇ ਰਹਿ ਕੇ ਜਾਂ ਸਾਲ ਇੱਥੇ ਰਹਿਣ ਤੋਂ ਬਾਅਦ ਕੰਮ ਕਰਕੇ, ਅਗਰ ਮੇਰਾ ਕੰਮ ਸਕਸੈਸਫੁਲ ਚੱਲਦਾ, ਵਧੀਆ ਰਹਿੰਦਾ ਹੈਗਾ, ਤੇ ਠੀਕ ਹੈ। ਨਹੀਂ ਜਾਂਦਾ ਤਾਂ ਮੈਂ ਫਿਰ ਦੁਬਾਰਾ ਤੋਂ ਇੰਡੀਪੈਂਡੈਂਟਲੀ ਜਾ ਕੇ ਜੌਬ ਸਰਚ ਕਰ ਸਕਦਾ, ਮੈਂ ਕਰ ਸਕਦਾ। ਮੇਰੇ ਅੰਦਰ ਇੰਨਾ ਹੌਸਲਾ ਸੀਗਾ, ਤੇ ਇਹ ਚੀਜ਼ ਦੀ ਮੈਂ ਸੈਟਿਸਫੈਕਸ਼ਨ ਆਪਣੀ ਫੈਮਿਲੀ ਨੂੰ ਦਵਾਈ, ਤੇ ਮਦਰ ਨੂੰ, ਫਾਦਰ ਨੂੰ, ਆਪਣੀ ਵਾਈਫ ਨੂੰ ਸੈਟਿਸਫੈਕਸ਼ਨ ਦਵਾਈ। ਉਸ ਤੋਂ ਬਾਅਦ ਫਿਰ ਮੈਂ ਸਟੈਪ ਚੁੱਕਿਆ। ਪਹਿਲਾਂ ਮੈਂ ਫੈਮਿਲੀ ਨੂੰ ਪੂਰਾ ਕਨਵਿੰਸ ਕੀਤਾ ਕਿ ਹਾਂ ਵੀ ਮੈਂ ਰਿਸਕ ਲੈਣਾ ਚਾਹੁੰਦਾ ਲਾਈਫ 'ਚ, ਮੈਂ ਰਿਸਕ ਲਵਾਂਗਾ, ਲੈ ਕੇ ਜੋ ਪੈਸੇ ਮੈਂ ਅਰਨ ਕੀਤੇ, ਮੈਂ ਆਪਣੇ ਅਰਨ ਕੀਤੇ ਹੋਏ ਆ, ਮੈਂ ਤੁਹਾਡੇ ਪੈਸੇ ਵੇਸਟ ਨਹੀਂ ਕਰਾਂਗਾ। ਉਹ ਆਪਣੇ ਪੈਸੇ ਅਰਨ ਕੀਤੇ ਤੋਂ ਮੈਂ ਬਿਜ਼ਨਸ ਸਟਾਰਟ ਕੀਤਾ, ਬਿਜ਼ਨਸ ਵਧੀਆ ਸਕਸੈਸ ਹੋਇਆ। ਤੇ ਰਾਈਟ ਨਾਓ ਹੁਣ ਮੈਂ ਕਿਤੇ ਕਹਿ ਵੀ ਦੇਵਾਂ ਕਿ ਭੁਲੇਖੇ 'ਚ ਕਹਿੰਦਾ ਮੈਂ ਬਾਹਰ ਜਾਣਾ, ਤੇ ਉਹ ਕਹਿੰਦੇ ਕਿ ਲੋੜ ਕੀ ਹੈਗੀ ਜਾਣ ਦੀ, ਤੇ ਇਸ ਗੱਲ ਤੇ ਝਗੜਾ ਵੀ ਹੋ ਜਾਂਦਾ ਘਰੇ ਕਿ ਸਭ ਕੁਝ ਇੱਥੇ ਹੈਗਾ, ਤੂੰ ਕਰਨ ਜਾਣਾ ਬਾਹਰ। ਅੱਛਾ, ਚਲੋ ਘਰ ਦੇ ਤਾਂ ਫਿਕਰ ਜ਼ਾਹਰ ਕਰਦੇ ਹੁੰਦੇ ਨੇ, ਤਾਂ ਆਮ ਤੌਰ ਤੇ ਲੋਕ ਜਾਂ ਰਿਸ਼ਤੇਦਾਰ ਵੀ ਕਹਿੰਦੇ ਹੁੰਦੇ ਨੇ ਕਿ ਚੰਗਾ ਭਲਾ ਬਾਹਰ ਕਮਾਈ ਸੀਗੀ, ਤਾਂ ਕਹਿੰਦੇ ਨਹੀਂ ਸੀ ਕਿ ਇਹ ਕੀ ਕਬਾੜ ਦਾ ਕੰਮ ਸ਼ੁਰੂ ਕਰਤਾ ਆ ਕੇ? ਦੇਖੋ ਜੀ, ਰਿਸ਼ਤੇਦਾਰ ਇੱਦਾਂ ਕਿ ਹਰ ਬੰਦੇ ਦਾ ਆਪੋ ਆਪਣੀ ਸੋਚ ਹੈ, ਅਸੀਂ ਸੋਚ ਨੂੰ ਕਿਸੇ ਦੀ ਨੂੰ ਬਦਲ ਨਹੀਂ ਸਕਦੇ। ਠੀਕ ਹੈ ਜੀ, ਤੇ ਬਹੁਤਿਆਂ ਨੇ ਮਾੜਾ ਵੀ ਕਿਹਾ ਤੇ ਬਹੁਤਿਆਂ ਨੇ ਚੰਗਾ ਵੀ ਕਿਹਾ। ਰਿਸ਼ਤੇਦਾਰਾਂ ਤੋਂ ਵੱਧ ਸਾਥ ਮੇਰਾ ਯਾਰਾਂ ਦੋਸਤਾਂ ਨੇ ਦਿੱਤਾ। ਮੇਰਾ ਇੱਕ ਫਰੈਂਡ ਹੈਗਾ, ਪੰਜਾਬ ਪੁਲਿਸ 'ਚ ਹੈਗਾ, ਅਮਨਦੀਪ ਸਿੰਘ, ਉਹ ਆਪਣੇ ਉਸਤਾਦ ਨੇ ਇਸ ਟਾਈਮ ਫਲੋਰ, ਉਹਨੇ ਬਹੁਤ ਜ਼ਿਆਦਾ ਸਾਥ ਦਿੱਤਾ ਜਦੋਂ ਮੈਂ ਬਿਜ਼ਨਸ ਸਟਾਰਟ ਕਰਨ ਦੀ ਕਿਹਾ ਉਹਨੂੰ, ਤੇ ਉਹਨੇ ਬਹੁਤ ਜ਼ਿਆਦਾ ਸਾਥ ਦਿੱਤਾ। ਮੇਰੇ ਕੁਛ ਹੋਰ ਬਹੁਤ ਸਾਰੇ ਦੋਸਤ ਨੇ, ਮਨਦੀਪ ਹੈਗਾ ਜੋ ਇਟਲੀ ਬੈਠਾ ਹੈ, ਮੇਰੇ ਫਾਦਰ ਸਾਹਿਬ ਨੇ ਬਹੁਤ ਸਪੋਰਟ ਕੀਤਾ ਕਿ ਕਿਸੇ ਟਾਈਮ ਪੈਸੇ ਦੀ ਜ਼ਰੂਰਤ ਵੱਧ ਘੱਟ ਪੈ ਜਾਣੀ ਹੈ, ਤਾਂ ਕਿਸੇ ਚੀਜ਼ ਦੀ ਵੀ ਜ਼ਰੂਰਤ ਪੈਂਦੀ ਸੀਗੀ, ਤੇ ਮੋਟੀਵੇਟ ਕਰਨ ਵਾਲੇ ਵੀ ਬਹੁਤ ਸੀਗੇ ਤੇ ਡੀਮੋਟੀਵੇਟ ਕਰਨ ਵਾਲੇ ਵੀ ਬਹੁਤ ਸੀਗੇ। ਤੇ ਇਸ ਕਰਕੇ ਮੈਂ ਨੈਗੇਟਿਵ ਚੀਜ਼ਾਂ ਨੂੰ ਇਗਨੋਰ ਕੀਤਾ, ਪੋਜ਼ਿਟਿਵ ਚੀਜ਼ਾਂ ਨੂੰ ਆਪਣੇ ਨਾਲ ਅਟਰੈਕਟ ਕੀਤਾ, ਤੇ ਸਕਸੈਸ। ਅੱਛਾ, ਜਿਵੇਂ ਇਹ ਟਾਇਰ ਵੱਖ-ਵੱਖ ਕਰਕੇ ਰੱਖੇ ਨੇ, ਜਿਵੇਂ ਗੱਡੀਆਂ ਦੇ ਛੋਟੀਆਂ ਦੇ ਟਾਇਰ ਵੱਖਰੇ ਨੇ, ਟਰੱਕਾਂ ਦੇ ਟਾਇਰ ਵੱਖਰੇ ਨੇ, ਜਾਂ ਸਾਈਕਲ ਸਕੂਟਰ ਵਾਲੇ ਵੱਖਰੇ ਨੇ, ਤਾਂ ਇਹਨਾਂ ਦੇ ਵਿੱਚੋਂ ਵੱਖਰਾ ਮਟੀਰੀਅਲ ਨਿਕਲਦਾ ਫਿਰ? ਇਹ ਕੈਟਾਗਰੀ ਵਾਈਜ਼ ਹੈ, ਜਿੱਦਾਂ ਗ੍ਰੇਡ ਹੈ, ਜਿੱਦਾਂ ਲੋਹੇ ਦੇ ਅਲੱਗ-ਅਲੱਗ ਗ੍ਰੇਡ ਹੈਗੇ ਆ ਜੀ, ਜਿੱਦਾਂ MS ਆ ਜਾਂਦਾ, SS ਆ ਜਾਂਦਾ, ਤੇ ਪਿਗ ਆਇਰਨ ਆ ਜਾਂਦਾ ਹੈਗਾ, ਅਲੱਗ-ਅਲੱਗ ਆਈਟਮ ਹੈ। ਇਸੇ ਤਰ੍ਹਾਂ ਰਬੜ ਦੀ ਕੈਟਾਗਰੀ ਹੈ, ਅਲੱਗ-ਅਲੱਗ ਕੈਟਾਗਰੀ ਆ ਜਾਂਦੀ ਹੈ। ਕਿਸੇ 'ਚੋਂ ਫਰਨਸ ਆਇਲ ਨਿਕਲਣਾ, ਕਿਸੇ 'ਚੋਂ ਕ੍ਰੇਮ ਨਿਕਲਣੀ ਹੈ, ਕਿਸੇ 'ਚੋਂ ਕ੍ਰਮ ਰਬੜ ਨਿਕਲਣੀ ਹੈ, ਤੇ ਉਹ ਅਲੱਗ-ਅਲੱਗ ਕੈਟਾਗਰੀ ਵਾਈਜ਼ ਸਾਨੂੰ ਡਿਵਾਈਡ ਕਰਨਾ ਪੈਂਦਾ। ਅੱਛਾ, ਇਹ ਰੀਯੂਜ਼ ਵੀ ਹੋ ਜਾਂਦੇ ਨੇ ਕੁਝ ਟਾਇਰ, ਜਿਵੇਂ ਕੁਝ ਹਾਲਤ ਚੰਗੀ ਦੇ ਵਿੱਚ ਨਜ਼ਰ ਆ ਰਹੇ ਨੇ? ਦੇਖੋ ਜੀ, ਜਦੋਂ ਕੁਝ ਟਾਇਰ ਹੁੰਦੇ, ਜਿੱਦਾਂ ਕਿ ਕੁਝ ਕੰਪਨੀਆਂ ਦਿੰਦੀਆਂ ਅਨਕੰਡੀਸ਼ਨਲ ਗਾਰੰਟੀ ਦਿੰਦੀਆਂ ਟਾਇਰਸ ਨੂੰ, ਜਿੱਦਾਂ ਟਾਇਰ ਨੂੰ ਕੱਟ-ਕੁੱਟ ਲੱਗ ਜੇ, ਤੇ ਉਹ ਕੁਝ ਉਸ ਗਾਰੰਟੀ ਵਿੱਚ ਨਹੀਂ, ਪੈਰਾਮੀਟਰ ਦੇ ਵਿੱਚ ਨਹੀਂ ਆਉਂਦੇ, ਉਹ ਟਾਇਰ ਸਾਡੇ ਕੋਲ ਆ ਜਾਂਦਾ, ਸਾਈਡ 'ਤੇ ਛੋਟਾ ਜਿਹਾ ਕੱਟ ਲੱਗਾ ਹੁੰਦਾ, ਤੇ ਅਸੀਂ ਉਹਨੂੰ ਕਿਸੇ ਤਰੀਕੇ ਨਾਲ ਰਿਪੇਅਰ ਕਰਕੇ, ਵਧੀਆ ਤਰੀਕੇ ਨਾਲ, ਅਸੀਂ ਵੈਲਕਨਾਈਜੇਸ਼ਨ ਕਹਿੰਦੇ ਆ, ਵੈਲਕਨਾਈਜੇਸ਼ਨ ਕਰਕੇ ਉਹ ਟਾਇਰ ਨੂੰ ਰਿਪੇਅਰ ਕਰਕੇ ਮਾਰਕੀਟ 'ਚ ਦੁਬਾਰਾ ਤੋਂ ਯੂਜ਼ ਕਰਨ ਵਾਸਤੇ ਵਿਦ ਗਾਰੰਟੀ ਮਾਰਕੀਟ 'ਚ ਦੇ ਦਿੰਦੇ ਹੈਗੇ, ਬਹੁਤ ਸਸਤੇ ਰੇਟ 'ਚ, ਕਿ ਜਿਹਦੀ ਮਾਈਲੇਜ ਨਵੇਂ ਟਾਇਰ 'ਚ ਨਹੀਂ ਜਾਂਦੀ ਹੈ ਪੂਰੀ, ਤੇ ਉਹ ਅੱਧੇ ਤੋਂ ਅੱਧੇ ਰੇਟ ਦੇ ਵਿੱਚ ਅਸੀਂ ਮਾਰਕੀਟ 'ਚ ਸਪਲਾਈ ਕਰ ਦਿੰਦੇ। ਅੱਛਾ, ਆਮ ਤੌਰ ਤੇ ਦੇਖਿਆ ਜਾਏ ਕਿ ਜਿਸ ਤਰੀਕੇ ਨਾਲ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਕਿ ਲੱਖਾਂ ਕਰੋੜਾਂ ਦਾ ਇਹ ਬਿਜ਼ਨਸ ਹੈਗਾ, ਜੇਕਰ ਤਰੀਕੇ ਦੇ ਨਾਲ ਇਹਨੂੰ ਕੀਤਾ ਜਾਵੇ, ਤਾਂ ਜਿਵੇਂ ਨਵੇਂ ਟਾਇਰ ਦਾ ਮੁੱਲ ਹੁੰਦਾ, ਤਾਂ ਪੁਰਾਣਾ ਟਾਇਰ ਉਨੇ ਕੁ ਪੈਸੇ ਛੱਡ ਜਾਂਦਾ? ਦੇਖੋ ਜੀ, ਟਾਇਰ ਤੇ ਡਿਪੈਂਡ ਕਰਦਾ ਜੀ, ਟਾਇਰ ਕਿਸ ਤਰ੍ਹਾਂ ਦੇ। ਜਿਸ ਤਰ੍ਹਾਂ ਅਸੀਂ ਕਿਸੇ ਟਰਾਂਸਪੋਰਟਰ ਤੋਂ ਜਾਈਏ, ਉੱਥੇ 100 200 ਟਾਇਰ ਲਿਆਉਂਦੇ ਇਕੱਠਾ, ਉਹਦੇ 'ਚ ਜਦੋਂ ਕੋਈ ਓਵਰਲੋਡ ਵਾਲੀਆਂ ਗੱਡੀਆਂ ਹੈਗੀਆਂ, ਉਹਦੇ 'ਚ ਕਾਫੀ ਟਾਇਰ ਬਚ ਜਾਂਦੇ ਹੈਗੇ, ਜਿਹੜੀ ਕਿ ਛੋਟੀਆਂ ਟਰਾਲੀਆਂ, ਜੋ ਮਿੱਟੀ ਵਾਲੀਆਂ ਟਰਾਲੀਆਂ ਹੋ ਗਈਆਂ, ਜੋ ਆਪਣੇ ਤੂੜੀ ਵਾਲੀਆਂ ਟਰਾਲੀਆਂ ਹੋ ਗਈਆਂ, ਜਾਂ ਦਾਣੇ ਦੂਣੇ ਮੰਡੀ ਸੁੱਟਣ ਵਾਸਤੇ ਛੋਟੀਆਂ ਟਰਾਲੀਆਂ ਹੁੰਦੀਆਂ, ਉਹਨਾਂ ਦੇ ਯੂਜ਼ ਹੋਣ ਵਾਲੇ ਟਾਇਰ ਬਚ ਜਾਂਦੇ ਵਿੱਚੋਂ, ਉਹ ਸਾਨੂੰ ਵਧੀਆ ਅਰਨਿੰਗ ਦੇ ਕੇ ਜਾਂਦੇ ਨੇ। ਤੇ ਮਤਲਬ ਘੁੰਮ ਘੁਮਾ ਕੇ ਕਹਿ ਲਓ ਕਿ ਪ੍ਰਤੀ ਟਾਇਰ ਪਿੱਛੇ ਸਾਡੀ ਬਹੁਤ ਵਧੀਆ ਇਨਕਮ ਹੋ ਜਾਂਦੀ ਹੈ। ਅਗਰ ਇਸ ਕੰਮ ਦੇ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਇਹ ਹੈ, ਪਰਚੇਜ਼ ਤੁਸੀਂ ਕਿਸ ਰੇਟ 'ਤੇ ਕਰ ਰਹੇ ਹੋ, ਤੇ ਸੇਲ ਦਾ ਰੇਟ ਤਾਂ ਫਿਕਸ ਹੈ ਨਾ, ਜੋ ਫੈਕਟਰੀ ਨੇ ਇੱਕ ਡਿਸਾਈਡ ਕਰ ਦਿੱਤਾ, ਜੋ ਸਾਨੂੰ ਮੈਸੇਜ ਆ ਗਿਆ ਫੈਕਟਰੀ ਤੋਂ, ਉਹ ਸੇਲ ਦਾ ਰੇਟ ਸਾਨੂੰ ਫਿਕਸ ਹੋ ਚੁੱਕਾ। ਸਾਰਾ ਕੁਝ ਡਿਪੈਂਡ ਕਰਦਾ ਤੁਹਾਡੀ ਪਰਚੇਜ਼ 'ਤੇ, ਤੇ ਪਰਚੇਜ਼ ਤੁਹਾਡੇ 'ਤੇ ਡਿਪੈਂਡ ਹੈ ਕਿ ਤੁਸੀਂ ਕਿੰਨੀ ਸਸਤੀ ਕਰਦੇ ਹੋ। ਇਟ ਮੀਨਸ ਕਿ ਸਾਰਾ ਬਿਜ਼ਨਸ ਤੁਹਾਡੇ ਹੱਥ ਦੇ ਵਿੱਚ ਹੈ। ਜੋ ਟਾਇਰ ਤੁਸੀਂ ਖਰੀਦਣਾ ਚਾਹੁੰਦੇ, ਜੋ ਚੀਜ਼ ਚਾਹੁੰਦੇ ਹੋ, ਤੁਸੀਂ 50% ਮਾਰਜਨ 'ਤੇ ਖਰੀਦ ਲਓ, ਤੁਸੀਂ 80% 'ਤੇ ਖਰੀਦ ਲਓ, ਤੁਸੀਂ 90% 'ਤੇ ਖਰੀਦ ਲਓ, ਕੋਈ 10% ਮਾਰਜਨ 'ਤੇ ਖਰੀਦ ਲਓ, ਸਾਰੀ ਗੇਮ ਤੁਹਾਡੇ ਹੱਥ 'ਚ ਹੈ। ਯਾਨੀ ਕਿ ਜੇਕਰ ਤਰੀਕੇ ਨਾਲ ਕੀਤਾ ਜਾਏ ਤਾਂ ਨਵੇਂ ਟਾਇਰ ਜਿੰਨਾ ਹੀ ਪੈਸੇ ਜਿਹੜੇ ਪੁਰਾਣੇ ਟਾਇਰ ਤੋਂ ਵੀ ਕਮਾਏ ਜਾ ਸਕਦੇ।
ਹਾਂਜੀ ਹਾਂਜੀ, ਨਵਾਂ ਟਾਇਰ ਜੋ ਅੱਜ ਦੇ ਟਾਈਮ 'ਚ ਅਸੀਂ ਵੇਚਦੇ ਆ ਉਹ 'ਚ ਸਾਨੂੰ ਘੱਟ ਪੈਸੇ ਬਚਦੇ ਨੇ, ਪੁਰਾਣੇ 'ਚ ਵੱਧ ਬਚ ਜਾਂਦੇ ਨੇ ਜੀ। ਅੱਛਾ, ਪੁਰਾਣੇ 'ਚ ਵੱਧ ਬਚ ਜਾਂਦੇ ਨੇ। ਹਾਂਜੀ ਹਾਂਜੀ, ਕਿਉਂਕਿ ਮਾਰਕੀਟ 'ਚ ਨਵੇਂ ਟਾਇਰ ਦੀਆਂ ਏਜੰਸੀਜ਼ ਇੰਨੀਆਂ ਜ਼ਿਆਦਾ, ਕੰਪੀਟੀਸ਼ਨ ਇੰਨਾ ਜ਼ਿਆਦਾ, ਟਾਰਗੇਟ ਇੰਨੇ ਜ਼ਿਆਦਾ ਹੁੰਦੇ ਕੰਪਨੀਆਂ ਦੇ, ਹਾਂ ਜਿਸ ਕਰਕੇ ਸਾਰਿਆਂ ਨੂੰ ਹੁੰਦਾ ਕਿ ਅਸੀਂ ਸੇਲ ਕੱਢੋ, ਹਾਂ ਤੇ ਉਹ ਬਹੁਤ ਘੱਟ ਮਾਰਜਨ ਤੇ ਵੇਚ ਦਿੰਦੇ ਆ। ਪੁਰਾਣੇ ਦਾ ਵੱਲ ਸਾਡੇ ਗਰੀਬ ਤਬਕਾ ਜ਼ਿਆਦਾ, ਹਾਂ ਛੋਟੇ ਲੋਕ ਜ਼ਿਆਦਾ ਨੇ, ਜਿੱਦਾਂ ਜਿਹੜੇ ਆਪਣੇ ਮਿੱਟੀਆਂ ਵਾਲੀਆਂ ਟਰਾਲੀਆਂ ਨੇ, ਅਗਲਾ ਪੱਥਰ ਪੁੱਥਰ 'ਚ ਚੱਲਦੀਆਂ, ਅਗਰ 40,000 ਜਾਂ 50,000 ਦੇ ਟਾਇਰ ਪਾ ਕੇ ਚਲਾਏਗਾ, ਕੱਲ ਨੂੰ ਕੋਈ ਪੱਥਰ ਲੱਗ ਗਿਆ ਤੇ ਕੋਈ ਉਹੋ ਜਿਹੀ ਚੀਜ਼ ਲਾ ਕੇ ਟਾਇਰ ਫਟ ਗਿਆ ਤੇ ਉਹਦਾ ਤਾਂ ਨੁਕਸਾਨ, 6 ਮਹੀਨੇ ਦੀ ਇਨਕਮ ਉਹ ਟਾਇਰਾਂ 'ਚ ਹੀ ਚਲੀ ਗਈ। ਤੇ ਇਸ ਕਰਕੇ ਉਹ 4-4 5-5 ਹਜ਼ਾਰ ਦੇ ਛੋਟੇ ਛੋਟੇ ਹਲਕੇ ਹਲਕੇ ਟਾਇਰ ਲੱਭਦੇ ਆ ਕਿ ਜਿਹੜਾ ਸਾਡਾ ਰੈਡੀ ਟੂ ਯੂਜ਼ ਹੋਣ, ਤੇ ਸਾਡਾ 6 ਮਹੀਨੇ 7 ਮਹੀਨੇ ਚੱਲਣ ਤੋਂ ਬਾਅਦ ਸਾਡਾ ਵੀ ਸਰ ਜੇ ਤੇ ਅਗਲੇ ਦਾ ਵੀ ਸਰ ਜੇ। ਤੇ ਅਸੀਂ ਬਾਕੀ ਹਰ ਜ਼ਿਮੀਂਦਾਰ ਦਾ, ਹਰ ਇੱਕ ਛੋਟੇ ਰੁਜ਼ਗਾਰ ਵਾਲੇ ਬੰਦੇ ਦਾ ਸਾਰ ਦੀਦਾ। ਅੱਛਾ, ਜਿਵੇਂ ਤੁਸੀਂ ਪਹਿਲਾਂ ਆਪ ਕਿਸੇ ਦੇ ਨਾਲ ਕੰਮ ਕਰਦੇ ਸੀ, ਕਿਸੇ ਦੀ ਕੰਪਨੀ ਦੇ ਵਿੱਚ, ਹੁਣ ਤੁਸੀਂ ਆਪ ਕੰਪਨੀ ਬਣਾਈ, ਤਾਂ ਫਿਰ ਕਿੰਨੇ ਕੁ EMPLOYE ਰੱਖੇ ਨਾਲ ਕੰਮ ਕਰਨ ਲਈ? ਦੇਖੋ ਜੀ, ਪਹਿਲਾਂ ਐਕਚੁਅਲ ਦੇ ਵਿੱਚ ਮੇਰੇ ਮਾਮਾ ਜੀ ਹੋਣਾ ਦੀ ਫੈਕਟਰੀ ਸੀਗੀ ਲੁਧਿਆਣਾ 'ਚ, ਅੱਛਾ ਠੀਕ ਹੈ ਜੀ। ਉਹ ਲੈਮੀਨੇਟਡ ਟਾਇਰ ਬਣਾਉਂਦੇ ਸੀਗੇ, ਉੱਥੇ ਮੈਂ ਸਿਰਫ ਪਰਚੇਜ਼ਿੰਗ ਕਰਦਾ ਸੀਗਾ ਆਲ ਓਵਰ ਪੰਜਾਬ 'ਚੋਂ, ਆਲ ਓਵਰ ਇੰਡੀਆ 'ਚੋਂ, ਗੁਜਰਾਤ 'ਚੋਂ ਵੀ ਕਰਦਾ ਰਿਹਾ, ਰਾਜਸਥਾਨ 'ਚੋਂ ਵੀ ਕਰਦਾ ਰਿਹਾ, ਪੰਜਾਬ ਦੇ ਵੀ ਕਾਫੀ ਡੀਲਰ ਵੱਡੇ ਵੱਡੇ ਜਿਨ੍ਹਾਂ ਤੋਂ ਮੈਂ ਪਰਚੇਜ਼ ਕਰਦਾ ਸੀ। ਤਾਂ ਪਰਚੇਜ਼ ਕਰਨ ਦੇ ਨਾਲ ਨਾਲ ਮੇਰਾ ਉਹਨਾਂ ਤੋਂ ਜਾਣਾ ਉੱਠਣਾ ਬਹਿਣਾ ਵੀ ਹੁੰਦਾ ਰਿਹਾ। ਤੇ ਜਦੋਂ ਉਹਨਾਂ ਨਾਲ ਉੱਠਦਾ ਬਹਿੰਦਾ ਰਿਹਾ ਤੇ ਮੈਨੂੰ ਉਹ ਥੋੜ੍ਹਾ ਜਿਹਾ ਅਟਰੈਕਟ ਕੀਤਾ ਉਸ ਚੀਜ਼ ਨੇ, ਕਿ ਹਾਂ ਵੀ ਇਹ ਕੁਛ ਹੈਗਾ ਇਹਦੇ ਵਿੱਚ ਕੋਈ ਸਪੈਸ਼ਲ, ਕਿ ਤਾਂ ਹੀ ਨੇ ਇਹ ਬੈਠੇ ਆ ਇੰਨੇ ਵੈਲ ਸਟੈਂਡਰਡ ਜਾਂ ਵੈਲ ਲਾਈਫ ਇੰਜੋਏ ਕਰਦੇ ਪਏ ਆ, ਤੇ ਕੁਛ ਤੇ ਹੈਗਾ ਇਹਦੇ ਵਿੱਚ। ਜਿੱਦਾਂ ਡੀਪਲੀ ਜਾਂਦੇ ਰਹੇ, ਨੌਲੇਜ ਮਿਲਦੀ ਗਈ, ਤੇ ਫਿਰ ਮੈਂ ਇਹੀ ਬਿਜ਼ਨਸ ਸਟਾਰਟ ਕੀਤਾ। ਰਾਈਟ ਨਾਓ ਮੇਰੇ ਕੋਲ 4 ਬੰਦੇ ਤੇ ਪਰਮਾਨੈਂਟ ਜੌਬ ਕਰਦੇ ਨੇ, ਅੱਛਾ ਤੇ 6 ਬੰਦੇ ਮੇਰੇ ਤੋਂ ਠੇਕੇ ਤੇ ਨੇ। ਅੱਛਾ ਤੇ ਵਧੀਆ ਲਾਈਫ ਸਟਾਈਲ ਜ਼ਿਆਦਾ, ਮਤਲਬ ਕਿ ਕੁੱਲ ਮਿਲਾ ਕੇ 10 ਬੰਦੇ ਇੱਥੋਂ ਰੋਟੀ ਖਾ ਰਹੇ, 11ਵਾਂ ਮੈਂ ਵਾਂ। 11 ਬੰਦੇ ਰੋਟੀ ਖਾ ਰਹੇ, ਸਾਨੂੰ ਇੰਨਾ ਹੀ ਬਹੁਤ ਹੈ ਕਿ 11 ਫੈਮਲੀਆਂ ਇੱਥੇ ਬਹਿ ਕੇ ਰੋਟੀ ਖਾ ਰਹੀਆਂ ਨੇ, ਬਹੁਤ ਹੈ। ਤੇ ਮੈਂ ਤਾਂ ਬਾਕੀ ਸਾਰਿਆਂ ਨੂੰ ਇਹੀ ਕਹਾਂਗਾ ਕਿ ਛੋਟੇ ਛੋਟੇ ਇੱਦਾਂ ਦੇ ਬਿਜ਼ਨਸ ਸਟਾਰਟ ਕਰੋ, ਕਿ ਤਾਂ ਕਿ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਰੁਜ਼ਗਾਰ ਦਿਓ, ਆਪ ਵੀ ਇਸੇ ਥਾਂ 'ਤੇ ਕੰਮ ਕਰੋ। ਪੈਸੇ ਦੀ ਦੌੜ ਨਹੀਂ ਮੁੱਕਣੀ, ਖਾਣੀ 2 ਟਾਈਮ ਦੀ ਰੋਟੀ ਹੈ। 2 ਟਾਈਮ ਦੀ ਰੋਟੀ ਹੈ। ਪੈਸੇ ਦੀ ਦੌੜ ਨਹੀਂ ਮੁੱਕਣੀ, ਜਿਹਨੇ 2 ਕਰੋੜ ਕਮਾਉਣਾ ਮਹੀਨੇ ਦਾ, ਖਾਣੀ ਉਹਨੇ ਵੀ ਰੋਟੀ ਹੈ। ਜਿਹਨੇ ਲੱਖ ਕਮਾਉਣਾ ਤਾਂ ਖਾਣੀ ਉਹਨੇ ਵੀ ਰੋਟੀ ਹੈ। ਜਿਹਨੇ 10,000 ਕਮਾਉਣਾ ਖਾਣੀ ਉਹਨੇ ਵੀ ਰੋਟੀ ਹੈ ਜੀ। ਖਾਣੀ ਉਹਨੇ ਵੀ ਰੋਟੀ ਤੇ ਹੈ। ਜੇ 10,000 ਵਾਲੇ ਨੂੰ ਨੀਂਦ ਸੋਹਣੀ ਆਉਂਦੀ ਹੈ, ਕਿਉਂਕਿ ਉਹਨੇ ਮਿਹਨਤ ਕਰਕੇ ਥੱਕ ਕੇ ਰੋਟੀ ਖਾਣੀ ਹੈ, ਬਿਲਕੁਲ। ਖਾ ਕੇ ਤੇ ਸੌ ਜਾਣਾ ਬਿਸਤਰੇ ਤੇ, ਸੌ ਗਿਆ। ਤੇ ਜੇ ਯਾਦ ਆਉਂਦਾ ਜਦੋਂ ਸ਼ੁਰੂਆਤ ਇਹਦੀ ਕੀਤੀ ਸੀਗੀ, ਤਾਂ ਉਦੋਂ ਕਿੱਥੇ ਸੀਗੇ ਤੇ ਅੱਜ ਕਿੱਥੇ ਹੋ? ਜੇ ਸਟਾਰਟਿੰਗ ਇਨੀਸ਼ੀਅਲ ਸਟੇਜ 'ਤੇ ਬਹੁਤ ਜ਼ਿਆਦਾ ਡਿਫੀਕਲਟ ਹੁੰਦੀ ਹੈ, ਕਿ ਈਵਨ ਦੋ ਕਿ ਕਿਸੇ ਟਾਈਮ ਮੈਂ ਬਹੁਤ ਜ਼ਿਆਦਾ ਫਰਸਟ੍ਰੇਟਡ ਹੋ ਜਾਣਾ ਕਿ ਯਾਰ ਕਦੀ ਕੱਪੜਿਆਂ ਨੂੰ ਮਿੱਟੀ ਨਹੀਂ ਲੱਗਦੀ ਸੀਗੀ, ਤੇ ਇਸ ਟਾਈਮ ਮਿੱਟੀ ਹੋਏ ਪਏ ਆ, ਤੇ ਕਈ ਵਾਰੀ ਲਾਸਿਸ ਵੀ ਆ ਜਾਣੇ, ਕ੍ਰਾਈਸਿਸ ਵੀ ਆ ਜਾਣੇ ਕੰਮ ਦੇ। ਤੇ ਉਹ ਸੀਗਾ, ਤੇ ਬਟ ਇੱਕ ਉਹ ਮਾਈਂਡ ਸੈਟ ਕਰਕੇ ਰੱਖਿਆ ਸੀਗਾ 3 ਸਾਲ। 3 ਸਾਲ ਮੈਂ ਨਹੀਂ ਸੋਚਣਾ ਕਿ ਮੈਨੂੰ ਕੀ ਬਚਦਾ ਕੀ ਨਹੀਂ ਬਚਦਾ। ਉਹ 3 ਸਾਲ ਤੱਕ ਮੈਂ ਇੱਕ ਤਰ੍ਹਾਂ ਦੇ ਕਹਿ ਸਕਦੇ ਕਿ ਅੱਖਾਂ ਬੰਦ ਕਰਕੇ ਦੰਦਾਂ ਥੱਲੇ ਜੀਭ ਲੈ ਕੇ ਲੱਗੇ ਰਹੇ ਕੰਮ ਕਰਨ। 3 ਸਾਲ ਦੇ ਬਾਅਦ, ਕਦਾ 2.5 ਸਾਲਾਂ ਬਾਅਦ ਮੈਨੂੰ ਕੰਮ ਨੇ ਦੱਸ ਦਿੱਤਾ ਕਿ ਹਾਂ ਵੀ ਤੂੰ ਕਿਸੇ ਲੈਵਲ ਤੇ ਬਹਿ ਗਿਆ ਜਾ ਕੇ। ਅੱਛਾ ਜੀ, ਫਿਰ ਜਿਵੇਂ ਮੁੰਡੇ ਤੁਸੀਂ ਰੱਖੇ ਨੇ, ਤਾਂ ਇਹ ਫਿਰ ਬਹੁਤੇ ਨੌਜਵਾਨਾਂ ਦਾ ਰੁਝਾਨ ਜਿਹੜੇ ਆਪਣੇ ਪੰਜਾਬ ਦੇ ਹੈਗੇ ਨੇ, ਇੱਥੇ ਕੰਮ ਕਰਕੇ ਕਹਿੰਦੇ ਰਾਜੀ ਘੱਟ ਹੁੰਦੇ ਨੇ ਨੌਜਵਾਨ, ਤਾਂ ਇਹ ਤੁਹਾਡੇ ਕੋਲ ਮੈਨੂੰ ਲੱਗਦਾ ਪੰਜਾਬ ਦੇ ਲੋਕਲੀ ਨੌਜਵਾਨ ਨੇ? ਹਾਂਜੀ ਹਾਂਜੀ, ਮੇਰੇ ਤੋਂ ਆਲਮੋਸਟ ਜਿੰਨੇ ਮੁੰਡੇ ਕੰਮ ਕਰਦੇ ਸਾਰੇ ਪੰਜਾਬੀ ਆ ਜੀ। ਤੇ ਮੈਂ ਪੰਜਾਬੀਆਂ ਨੂੰ ਹੀ ਮੇਨ ਪ੍ਰੈਫਰੈਂਸ ਕਰਦਾ ਕਿ ਇਹ ਕੰਮ ਸਿੱਖਣ, ਤੇ ਇਸੇ ਉਹਨਾਂ ਨੂੰ ਮੋਟੀਵੇਟ ਕਰੀਦਾ। ਇੱਕ ਤੇ ਸੈਲਰੀ ਦੇਣੀ ਇਹਨਾਂ ਨੂੰ, ਬਿਠਾ ਕੇ ਸ਼ਾਮ ਨੂੰ 10-15 ਮਿੰਟ ਵਾਸਤੇ ਸਿਰਫ ਮੋਟੀਵੇਟ ਕਰੀਦਾ ਕਿ ਕਿਸੇ ਵੀ ਚੀਜ਼ ਨੂੰ ਨੈਗੇਟਿਵ ਨਹੀਂ ਲੈਣਾ। ਬਾਹਰ ਜਾ ਕੇ ਤੁਹਾਨੂੰ ਇਸ ਤੋਂ ਡਬਲ ਮਿਹਨਤ ਕਰਨੀ ਪੈਣੀ ਹੈ, ਠੀਕ ਹੈ ਜੀ। ਹਰ ਕੋਈ ਬੰਦਾ 40 ਲੱਖ ਖਰਚ ਕੇ ਨਹੀਂ ਜਾ ਸਕਦਾ, ਕੋਈ ਵਿੱਚ ਲੱਖ ਖਰਚ ਕੇ ਛੋਟੀਆਂ ਕੰਟਰੀਆਂ 'ਚ ਜਾਣ ਵਾਲੇ ਵੀ ਹੈਗੇ ਆ। ਤੇ ਅਗਰ ਉੱਥੇ ਅਰਨਿੰਗ ਕਹਿ ਦਈਏ ਤਾਂ 30 ਤੋਂ 40 ਹਜ਼ਾਰ ਹੀ ਕਮਾਉਣਗੇ, ਤੇ ਅਗਰ ਤੁਸੀਂ ਇੱਥੇ ਵਧੀਆ ਮਿਹਨਤ ਕਰ ਲਓ 30 ਤੋਂ 40 ਹਜ਼ਾਰ ਤੁਸੀਂ ਆਪਣੀ ਫੈਮਿਲੀ 'ਚ ਬਹਿ ਕੇ ਕਮਾਓਗੇ ਤਾਂ ਮਾੜਾ ਥੋੜੀ ਨਾ ਹੈਗਾ। ਤੇ ਜੋ ਠੇਕੇ ਤੇ ਕੰਮ ਕਰਦੇ ਨੇ 40-40 ਹਜ਼ਾਰ ਰੁਪਏ ਕਮਾ ਲੈਂਦੇ ਬੜੇ ਆਰਾਮ ਨਾਲ। ਤੇ ਮਹੀਨੇ 'ਚ 20-25 ਦਿਨ ਕੰਮ ਕਰਦੇ ਨੇ, 5 ਦਿਨ ਛੁੱਟੀ ਵੀ ਕਰਦੇ ਨੇ, ਆਪਣੀ ਮਰਜ਼ੀ ਨਾਲ ਜਾਣਾ, ਆਪਣੀ ਮਰਜ਼ੀ ਨਾਲ ਜਾਣਾ। ਤਾਂ ਠੇਕੇ ਦੇ ਉੱਤੇ ਸਾਨੂੰ ਇਹ ਫਾਇਦਾ ਰਹਿੰਦਾ ਕਿ ਅਗਲੇ ਬੰਦੇ ਦੀ ਟੈਨਸ਼ਨ ਹੁੰਦੀ ਸਾਰੀ, ਪਰਚੇਜ਼ ਉਹਨੇ ਕਰਨਾ, ਸਭ ਕੁਛ ਉਹਨੇ ਕਰਨਾ। ਅਸੀਂ ਆਪਣੇ ਜੋ ਇੱਕ ਮਾਰਜਨ ਸੈੱਟ ਕੀਤਾ, ਉਹ ਤੇ ਮਾਲ ਖਰੀਦੀ ਜਾਂਦਾ, ਮਾਲ ਖਰੀਦ ਕੇ ਲਿਆਈ ਜਾਂਦੇ ਆ। ਤੇ ਉਹ ਕਹਿੰਦੇ ਨਾ ਕੰਮ ਕਰਨਾ ਤੇ ਸਿੱਖੋ, ਕੰਮ ਕਰਵਾਉਣਾ ਵੀ ਨਾਲ ਸਿੱਖੋ। ਤੇ ਰਾਈਟ ਨਾਓ ਹੁਣ ਮੈਨੂੰ ਬਹੁਤ ਘੱਟ ਕੰਮ ਕਰਨਾ ਪੈਂਦਾ, ਜ਼ਿਆਦਾਤਰ ਟਾਈਮ ਤੇ ਫ੍ਰੀ ਨਿਕਲ ਜਾਂਦਾ ਹੈਗਾ। ਅੱਛਾ, ਇਹ ਮਸ਼ੀਨਾਂ ਜਿਹੜੀਆਂ ਰੱਖੀਆਂ ਨੇ, ਇਹ ਫਿਰ ਰਣਜੀਤ ਜੀ ਕਿਹੜੇ ਕੰਮ ਆਉਂਦੀਆਂ ਨੇ? ਇਹ ਮਸ਼ੀਨਾਂ ਜਿੰਨੀਆਂ ਵੀ ਹੈਗੀਆਂ ਸਾਰੀਆਂ ਜੀ ਆਪ ਹੀ ਡਿਵੈਲਪ ਕੀਤੀਆਂ ਹੋਈਆਂ ਨੇ। ਅੱਛਾ ਠੀਕ ਹੈ ਜੀ। ਆਹ ਪਹਿਲੀ ਮਸ਼ੀਨ ਹੈਗੀ ਸਾਡੀ ਟਾਇਰ ਕਟਿੰਗ ਮਸ਼ੀਨ ਹੈ ਜੀ। ਇਹਦੇ ਵਿੱਚ ਟਰੱਕ ਦਾ ਟਾਇਰ ਹੈ ਜੋ ਹੈ ਬਹੁਤ ਹੈਵੀ ਡਿਊਟੀ ਹੁੰਦਾ, ਵੱਢਣਾ ਬਹੁਤ ਮੁਸ਼ਕਿਲ ਹੁੰਦਾ ਹੈਗਾ। ਤੇ ਇਹਦੇ ਵਾਸਤੇ ਜਦੋਂ ਫਸਟ ਲੋਕਡਾਊਨ ਲੱਗਿਆ ਸੀਗਾ, ਉਹਦੇ ਵਿੱਚ ਇਹ ਤਿਆਰ ਕਰ ਦਿੱਤੀ ਸੀਗੀ ਜੀ ਅਸੀਂ। ਹਾਂਜੀ ਹਾਂਜੀ ਹਾਂਜੀ। ਤੇ ਆਹ ਸਾਡੀ ਨੈਕਸਟ ਮਸ਼ੀਨ ਹੈਗੀ ਹੈ ਜੀ, ਇਹਦੇ ਵਿੱਚ ਅਸੀਂ ਤਾਰ ਕੱਢਦੇ ਹਾਂ। ਜਦੋਂ ਬਰਸਾਤ ਦਾ ਮੌਸਮ ਹੁੰਦਾ ਜਾਂ ਬਹੁਤ ਜ਼ਿਆਦਾ ਸਰਦੀ ਹੋ ਜਾਂਦੀ ਹੈ, ਤਾਂ ਉਦੋਂ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ। ਤੇ ਕਿਉਂਕਿ ਦਿਨ ਵੀ ਛੋਟੇ ਹੋ ਜਾਂਦੇ, ਜਦੋਂ ਬਰਸਾਤ 3-3 ਦਿਨ 4-4 ਦਿਨ ਬੰਦ ਰਹਿੰਦੀ ਹੈ, ਤੇ ਉਸ ਟਾਈਮ ਪੀਰੀਅਡ ਦੇ ਵਿੱਚ ਸਾਨੂੰ ਲੇਬਰ ਨੂੰ ਸੈਲਰੀ ਵੀ ਦੇਣੀ ਪੈਣੀ, ਸਭ ਕੁਝ ਦੇਣਾ ਪੈਂਦਾ। ਉਹਦੇ ਵਾਸਤੇ ਰਿਜ਼ਰਵ ਕੰਮ ਰੱਖਿਆ ਹੁੰਦਾ ਤਾਰ ਕੱਢਣ ਦਾ ਸੀ। ਫਿਰ ਅਸੀਂ ਤਾਰ ਕੱਢਦੇ ਰਹੀਦਾ, ਤੇ ਤਾਰ ਕੱਢਦੇ ਰਹੀਦਾ। ਤੇ ਅੱਗੇ ਨੈਕਸਟ ਮਸ਼ੀਨ ਹੈਗੀ ਸਾਡੀ, ਉਹ ਟਾਇਰ ਵੈਲਕਨਾਈਜੇਸ਼ਨ ਦੀ, ਉਹ ਉੱਪਰ ਜਿਹੜੀ ਪਈ ਹੈ ਸੈਲਫ ਦੇ, ਤੇ ਉਹਦੇ ਵਿੱਚ ਅਸੀਂ ਟਾਇਰ ਕੱਟ ਲਾਈ ਉਹਦੇ ਤੋਂ ਤਿਆਰ ਕਰ ਲਈਦੇ ਆ। ਕਿਸੇ ਤਰ੍ਹਾਂ ਦੇ ਕਲਾਇੰਟ ਆ ਜਾਂਦੇ ਆ। ਟਾਇਰ ਚੇਂਜਰ ਮਸ਼ੀਨ ਵੀ ਪਈ ਹੈਗੀ ਹੈ, ਤੇ ਵੈਲਕਨਾਈਜ਼ ਵਾਲੀ ਮਸ਼ੀਨ ਵੀ ਆਪ ਡਿਵੈਲਪ ਕੀਤੀ ਹੋਈ ਹੈ।
ਤੇ ਤਾਰ ਕੱਢਣ ਵਾਲੀ ਵੀ ਆਪ ਡਿਵੈਲਪ ਕੀਤੀ ਹੋਈ ਤੇ ਟਾਇਰ ਕੱਟਣ ਵਾਲੀ ਵੀ ਆਪ ਡਿਵੈਲਪ ਕੀਤੀ ਹੋਈ ਹੈ ਕਿਉਂਕਿ ਮਾਰਕੀਟ 'ਚ ਇਹਦਾ ਰੇਟ ਬਹੁਤ ਹਾਈ ਸੀਗਾ ਤੇ ਮੈਨੂੰ 50% ਤੇ ਪੈ ਗਈ ਆਪਣੇ ਘਰੇ। ਅੱਛਾ ਹਾਂਜੀ। ਅੱਛਾ, ਇੱਥੇ ਫਿਰ ਕਿੰਨਾ ਸਮਾਂ ਦਿੰਦੇ ਹੋ? ਫਿਰ ਸਾਰਾ ਦਿਨ ਇੱਥੇ ਹੀ ਰਹਿੰਦੇ ਹੋ? ਤੇ ਸਮਾਂ ਦੇਖੋ ਜੀ, ਸਮੇਂ ਦੀ ਕੋਈ ਲਿਮਿਟੇਸ਼ਨ ਨਹੀਂ ਹੈਗੀ। ਅਗਰ ਕੰਮ ਹੈਗਾ ਤੇ ਮੈਨੂੰ 12 14 ਘੰਟੇ ਵੀ ਦੇਣੇ ਪੈਂਦੇ ਆ ਤੇ ਅਗਰ ਜਿੱਦਾਂ ਕੰਮ ਘੱਟ ਹੈ ਤੇ ਫਿਰ 5-6 ਘੰਟੇ ਬਹੁਤ ਹੁੰਦੇ ਆ ਜੀ। 5-6 ਘੰਟੇ ਦੇ ਕੇ ਤੇ ਆਪਣਾ ਮੈਂ ਲਾਈਫ ਵਧੀਆ ਸਪੈਂਡ ਕਰਦਾ ਹੈਗਾ। ਜੇ ਕਿਤੇ ਜਾਣਾ ਆਣਾ ਕਿਤੇ ਉਹ ਚੱਲ ਜੀਦਾ ਹੈਗਾ। ਸਟਾਰਟਿੰਗ ਦੇ ਇਨੀਸ਼ੀਅਲ ਦੇ ਵਿੱਚ ਮੈਂ 2.5 ਸਾਲ ਦੇ ਕੋਈ ਛੁੱਟੀ ਨਹੀਂ ਕੀਤੀ ਸੀਗੀ। ਅੱਛਾ। ਕੋਈ ਵਕੇਸ਼ਨ ਨਹੀਂ, ਕੋਈ ਮੈਰਿਜ ਫੰਕਸ਼ਨ ਨਹੀਂ, ਕੋਈ ਕੁਝ ਨਹੀਂ। ਕਿਤੇ ਜਾਂਦਾ ਸੀਗਾ ਤੇ ਮੈਂ 1-2 ਘੰਟੇ ਵਾਸਤੇ ਕਿਤੇ ਜਾਣਾ, ਜਾ ਕੇ ਸਿਰਫ ਤੇ ਸਿਰਫ ਆਪਣੇ ਕੰਮ ਵੱਲ ਦੇਖਿਆ ਮੈਂ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਦੁਬਈ ਦੇ ਵਿੱਚ ਵੀ ਵਧੀਆ ਸੈਲਰੀ ਲਗਭਗ 2 ਲੱਖ ਦੇ ਲੈਂਦੇ ਸੀਗੇ, ਤਾਂ ਇੱਥੇ ਫਿਰ ਹਿਸਾਬ ਲਾਉਂਦੇ ਹੁਣ ਟਰਨਓਵਰ ਕਿੱਥੇ ਤੱਕ ਪਹੁੰਚੀ ਹੈ? ਦੇਖੋ ਜੀ, ਇਸ ਚੀਜ਼ ਦਾ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹਾਂਗਾ ਕਿ ਕਿੱਥੇ ਤੱਕ ਪਹੁੰਚੀ, ਕਿੱਥੇ ਤੱਕ ਨਹੀਂ ਪਹੁੰਚੀ। ਤੇ ਪਰ ਇਹ ਹੈ ਕਿ ਮੈਂ ਦੁਬਈ ਦੇ ਲਾਗੇ ਤੇ ਨਹੀਂ, ਪਰ ਉੱਤੋਂ ਥੋੜਾ ਜਿਹਾ ਘੱਟ ਹੀ ਆ, ਪਰ ਮੈਂ ਵਧੀਆ ਅਰਨਿੰਗ ਕਰ ਲੈਂਦਾ ਕਿ ਜਿੰਨੇ ਦਾ ਮੇਰੀ ਫੈਮਿਲੀ ਦਾ, ਮੇਰੇ ਬੱਚਿਆਂ ਦਾ ਤੇ ਮੇਰਾ ਖੁੱਲਾ ਖਰਚਾ ਚੱਲ ਜਾਂਦਾ ਕਿ ਮੈਂ ਜੋ ਚੀਜ਼ ਖਰੀਦਣੀ ਚਾਹੁੰਦਾ ਮੈਂ ਖਰੀਦ ਸਕਦਾ। ਉਹ ਖਰੀਦਣ ਤੋਂ ਪਹਿਲਾਂ ਮੈਨੂੰ ਸੋਚਣਾ ਨਹੀਂ ਪੈਂਦਾ ਕਿ ਮੈਨੂੰ ਦੇਖਣਾ ਨਹੀਂ ਪੈਂਦਾ ਮੇਰੇ ਵਾਲਟ 'ਚ ਕਿੰਨੇ ਆ। ਰਾਈਟ ਨਾਓ ਇਹ ਕੰਡੀਸ਼ਨ ਹੈਗੀ, ਅਗਰ ਮੈਂ ਕੋਈ ਚੀਜ਼ ਖਰੀਦਣੀ ਹੈ, ਮੇਰੇ ਬੱਚਿਆਂ ਨੇ ਖਰੀਦੀ ਹੈ, ਮੈਨੂੰ ਇਹ ਨਹੀਂ ਸੋਚਣਾ ਪੈਂਦਾ ਕਿ ਸੈਲਰੀ ਇੰਨੀ ਤਰੀਕ ਨੂੰ ਆਉਣੀ ਹੈ ਜਾਂ ਉਹ ਚੀਜ਼ ਇੰਨੀ ਤਰੀਕ ਨੂੰ ਆਉਣੀ ਹੈ। ਉਹ ਵਧੀਆ ਇੱਕ ਮੈਂ ਆਪਣਾ ਸਿਸਟਮ ਬਣਾ ਕੇ ਰੱਖਿਆ। ਪਰ ਸਾਰਿਆਂ ਲਈ ਇਹੀ ਹੈ ਕਿ ਇੱਕ ਵਧੀਆ ਸਿਸਟਮ ਨਾਲ ਚੱਲੋ ਤੇ ਡੈਡੀਕੇਟ ਹੋ ਕੇ ਕੰਮ ਨਾਲ ਚੱਲਾਂਗੇ ਤੇ ਵਧੀਆ। ਅੱਛਾ, ਇਹ ਫਿਰ ਜਿਵੇਂ ਤੁਸੀਂ ਮਟੀਰੀਅਲ ਸਾਰਾ ਤਿਆਰ ਕਰਤਾ, ਇਹ ਜਿੱਦਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਪਲਾਈ ਹੁੰਦਾ ਤਾਂ ਵਿਦੇਸ਼ਾਂ ਤੱਕ ਵੀ ਜਾਂਦਾ ਇਹ? ਦੇਖੋ ਜਿਹੜਾ ਲੈਮੀਨੇਟਡ ਟਾਇਰ ਹੈਗਾ, ਵੀਲ ਚੌਕ ਬੰਪਰ ਆ ਜਾਂਦਾ, ਵੀਲ ਡੌਕ ਬੰਪਰ ਆ ਜਾਂਦਾ। ਇਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ। ਜਿਹੜਾ ਵੀਲ ਚੌਕ ਬੰਪਰ ਹੁੰਦਾ, ਜਿਹੜਾ ਬਾਹਰ ਜਿਹੜੀਆਂ ਗੱਡੀਆਂ ਚੱਲਦੀਆਂ ਉਹਨੂੰ ਟਾਇਰ ਰੋਕਣ ਵਾਸਤੇ ਨਾ ਇੱਕ ਗੁਟਕੇ ਜਿਹਨੂੰ ਅਸੀਂ ਕਹਿੰਦੇ ਇੱਥੇ ਲੱਕੜ ਦੇ ਗੁਟਕੇ ਦੇ ਲਈ, ਉੱਥੇ ਵੀਲ ਚੌਕ ਬੰਪਰ ਦਿੱਤਾ ਜਾਂਦਾ। ਅੱਛਾ। ਉਹ ਵੀਲ ਚੌਕ ਬੰਪਰ ਵੀ ਇਹ 'ਚੋਂ ਨਿਕਲਦਾ। ਵੀਲ ਡੌਕ ਬੰਪਰ ਇੱਕ ਆਉਂਦਾ ਹੈਗਾ, ਇੱਕ ਡੌਕ ਬੰਪਰ ਹੁੰਦਾ ਜਿਹੜੀਆਂ ਸਾਡੀਆਂ ਪੋਰਟਾਂ 'ਤੇ ਯੂਜ਼ ਹੁੰਦਾ। ਸਮੁੰਦਰੀ ਪੋਰਟਾਂ ਜਿਹੜੀਆਂ ਹੁੰਦੀਆਂ ਸਾਡੀਆਂ, ਜਿੰਨੀਆਂ ਪੋਰਟ ਦੇ ਉੱਤੇ ਇੱਕ ਸਾਈਡ ਦੇ ਰਬੜ ਦੀ ਪੱਟੀ ਲੱਗੀ ਹੁੰਦੀ ਹੈ। ਠੀਕ ਹੈ। ਤੇ ਜਦੋਂ ਕੋਈ ਸ਼ਿਪ ਆ ਕੇ ਲੱਗਦਾ ਤੇ ਉਹ ਪੱਥਰ 'ਚ ਨਾ ਵੱਜੇ ਜਾਂ ਸਲੈਬ 'ਚ ਨਾ ਵੱਜੇ, ਉਹ ਵਿੱਚ ਉਹਦੇ ਇੱਕ ਰਬੜ ਦੀ ਪੱਟੀ ਲੱਗੀ ਹੁੰਦੀ। ਉਹ ਵੀ ਟਾਇਰ ਦੀ ਬਣ ਕੇ ਲੱਗਣੀ ਸ਼ੁਰੂ ਹੋ ਗਈ ਹੈ। ਠੀਕ ਹੈ ਜੀ, ਇਹਦੀ ਐਫੀਸ਼ੀਐਂਸੀ ਜ਼ਿਆਦਾ ਹੈਗੀ ਹੈ। ਫਿਰ ਉਸ ਤੋਂ ਬਾਅਦ ਨੈਕਸਟ ਆ ਜਾਂਦਾ ਸਾਡਾ ਲੈਮੀਨੇਟਡ ਟਾਇਰ, ਜੋ ਰੋਟਰੀ ਮਸ਼ੀਨਾਂ ਆ ਜਾਂਦੀਆਂ ਛੋਟੀਆਂ, ਜਿਹੜੀ ਘਾਹ ਕੱਟਣ ਲਈ ਮਸ਼ੀਨਾਂ ਆ ਗਈਆਂ, ਕਿਉਂਕਿ ਜਿਹੜੀ ਬਾਹਰ ਦੀ ਫਾਰਮਿੰਗ ਹੈ ਬਹੁਤ ਵੱਡੀ ਹੈ। 5-5 ਕਿੱਲਿਆਂ ਦੇ ਖੱਤੇ ਨੇ, ਉਹਦੇ ਮਸ਼ੀਨਾਂ ਚੱਲਦੀਆਂ ਨੇ। ਤੇ ਮਸ਼ੀਨਾਂ ਦਾ ਵਜਨ ਵੀ ਜ਼ਿਆਦਾ ਹੁੰਦਾ, ਸਲੋ ਸਪੀਡ ਹੁੰਦੀਆਂ। ਤੇ ਜਿਹੜਾ ਉਹਨੇ ਲੈਮੀਨੇਟਡ ਟਾਇਰ ਯੂਜ਼ ਹੁੰਦਾ ਤੇ ਉਹ ਵੀ ਇਹਦੇ ਵਿੱਚੋਂ ਹੀ ਨਿਕਲ ਕੇ ਯੂਜ਼ ਹੁੰਦਾ ਜੀ। ਅੱਛਾ, ਇਹ ਫਿਰ ਸਾਰੇ ਕਿਹੜੇ ਦੇਸ਼ਾਂ 'ਚ ਜਾਂਦੀਆਂ? ਇਹ ਦੇਖੋ ਜਿਹੜੇ ਠੰਡੇ ਮੁਲਕ ਹੋ ਗਏ, ਜਿੰਨੇ ਆਪਣੇ ਯੂਰਪ ਹੋ ਗਿਆ, ਕੈਨੇਡਾ ਹੋ ਗਿਆ, US ਹੋ ਗਿਆ, ਜਿੰਨੇ ਠੰਡੇ ਮੁਲਕ ਆਉਂਦੇ ਹੈਗੇ ਆ ਸਾਰੇ 'ਚ ਇਹੀ ਯੂਜ਼ ਹੁੰਦਾ ਹੈਗਾ ਜੀ। ਯਾਨੀ ਕਿ ਤੁਸੀਂ ਇੱਥੋਂ ਤਿਆਰ ਕਰਕੇ ਦੇ ਦਿੰਦੇ ਅੱਗੇ ਸਪਲਾਈ? ਅਸੀਂ ਇੱਥੋਂ ਇੱਕ ਰॉ ਮਟੀਰੀਅਲ ਤਿਆਰ ਕਰਕੇ ਦੇ ਦੇਣਾ ਉਹਨੂੰ, ਰੈਡੀ ਟੂ ਯੂਜ਼। ਠੀਕ ਹੈ ਜੀ। ਫੈਕਟਰੀ ਉਸ ਹਿਸਾਬ ਨਾਲ ਆਪਣੇ ਉਹਨੂੰ ਡਾਈ ਦੇ ਵਿੱਚ ਕੱਟ ਕੇ ਤੇ ਉਸ ਮਾਲ ਨੂੰ ਅੱਗੇ ਬਣਾ ਕੇ ਟਾਇਰ ਤੇ ਵੇਚ ਦਿੰਦੀ ਹੈ। ਵੀਲ ਚੌਕ ਬੰਪਰ, ਡੌਕ ਬੰਪਰ ਬਣਾ ਕੇ ਵੇਚ ਦਿੰਦੀ ਹੈ। ਠੀਕ ਹੈ ਬਾਈ ਜੀ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਨੌਜਵਾਨ ਰਣਜੀਤ ਸਿੰਘ ਹੈਗੇ ਨੇ, ਜਿਨ੍ਹਾਂ ਨੇ ਮਕੇਰੀਆਂ ਦੇ ਵਿੱਚ ਜਿਹੜਾ ਉਹ ਇਹ ਆਪਣਾ ਕਾਰੋਬਾਰ ਇੱਥੇ ਐਸਟੈਬਲਿਸ਼ ਕੀਤਾ ਹੋਇਆ। ਤਾਂ ਪਹਿਲਾਂ ਦੁਬਈ ਦੇ ਵਿੱਚ ਗਏ ਸੀਗੇ, ਉੱਥੇ ਕੰਮਕਾਰ ਇਹਨਾਂ ਨੇ ਕੀਤਾ, ਚੰਗੇ ਪੈਸੇ ਉੱਥੇ ਕਮਾਉਂਦੇ ਸੀਗੇ। ਪਰ ਇਹਨਾਂ ਦਾ ਰੁਝਾਨ ਸੀਗਾ ਕਿ ਪਰਿਵਾਰ ਦੇ ਵਿੱਚ ਰਹਿ ਕੇ, ਪੰਜਾਬ ਦੇ ਵਿੱਚ ਰਹਿ ਕੇ ਜਿਹੜੀ ਹੈ ਉਹ ਕਮਾਈ ਕੀਤੀ ਜਾਵੇ, ਇੱਥੇ ਆ ਕੇ ਜਿਹੜਾ ਬਿਜ਼ਨਸ ਸੈੱਟ ਕੀਤਾ ਜਾਵੇ। ਤਾਂ ਇਹਨਾਂ ਨੇ ਬਿਜ਼ਨਸ ਜਿਹੜਾ ਉਹ ਸੈੱਟ ਕੀਤਾ ਤੇ ਕਈ ਨੌਜਵਾਨਾਂ ਦੇ ਲਈ ਉਦਾਹਰਨ ਬਣੇ ਨੇ। ਜਿਹੜੇ ਨੌਜਵਾਨ ਆਪਣਾ ਪੰਜਾਬ, ਆਪਣਾ ਕਾਰੋਬਾਰ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੇ ਨੇ, ਉਹਨਾਂ ਦੇ ਲਈ ਉਦਾਹਰਨ ਹੈ ਕਿ ਜੇਕਰ ਕਮਾਈ ਕਰਨੀ ਹੈ ਤਾਂ ਪੰਜਾਬ ਦੇ ਵਿੱਚ ਰਹਿ ਕੇ ਵੀ ਵਧੀਆ ਕਮਾਈ ਕੀਤੀ ਜਾ ਸਕਦੀ ਹੈ। ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ TV, ਮੁਕੇਰੀਆਂ।